ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਵਾਹਿਗੁਰੂ
ਸਾਹਿਬ ਜੀਓ। ਦੋਹਰਾ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਥ ਤ੍ਰਿਤੀਯ ਰਾਸ ਕਥਨੰ। ਦੋਹਰਾ। ਸਾਰਸੁਤੀ ਸਰਤਾਵਹੋ ਬਾਕਤ ਰੰਗ ਵਿਚਾਰ। ਚਾਰ ਸੋ ਮਮ ਮਾਨਸ ਬਿਖੈ ਜਾਨੋ ਸਾਰ ਅਸਾਰ। ਸਾਰਸੁਤੀ ਸਰਤਾਵਹੋ ਬਾਕਤ ਰੰਗ ਵਿਚਾਰ। ਚਾਰ ਸੋ ਮਮ ਮਾਨਸ ਬਿਖੈ ਜਾਨੋ ਸਾਰ ਅਸਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਔਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਪਾਵਨ ਪਵਿੱਤਰ ਸੰਧਿਆ ਦੇ ਸਜ ਰਹੇ ਦੀਵਾਨ ਅੰਦਰ ਭਗਤ ਵਛਲ ਜਗਦਾਤੇ ਗੁਰੂ ਗਰੀਬ ਨਵਾਜ ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਨਿਹਚਲ ਚੌਰ ਛਤਰ ਤਖਤ ਕੇ ਮਾਲਕ ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਵੱਡੇ ਭਾਗਾਂ ਦੇ ਸਦਕਾ ਪਾਵਨ ਪਵਿੱਤਰ ਸਾਧ ਸੰਗਤ ਦੀਆਂ ਕੜੀਆਂ ਦਾ ਪਵਿੱਤਰ ਆਨੰਦ ਮਾਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਜੀਵਨ ਬਿਰਤਾਂਤ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ ਆਪਾਂ ਪਿਛਲੇ ਲੰਬੇਰੇ ਸਮੇਂ ਤੋਂ ਨਿਤਾ ਪ੍ਰਤੀ ਸ਼ਰਵਣ ਕਰ ਰਹੇ ਹਾਂ। ਜਥਾ ਗੁਰਮਹਿਮਾ ਦਾ ਪਾਵਨ ਪਵਿੱਤਰ ਪ੍ਰਸੰਗ ਆਪਾਂ ਕੱਲ ਦੀ ਬਾਣ ਵਿੱਚ ਸੁਣਨਾ ਕੀਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਨੇ ਮਿਹਰਾਮਤ ਕਰ ਸੋਹਣਾ ਪਵਿੱਤਰ ਅੰਮ੍ਰਿਤਸਰ ਸਾਹਿਬ ਸਰੋਵਰ ਔਰ ਪਾਵਨ ਪਵਿੱਤਰ ਹਰੀ ਮੰਦਰ ਸਥਾਨ ਸਿੱਖਾਂ ਦੀ ਕਲਿਆਣ ਹਿਤ ਰਚਨਾ ਕੀਤਾ। ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਮਹਾਰਾਜ ਦੇ ਦਰ ਘਰ ਵਿੱਚ ਰਹਿ ਕਰਕੇ ਬੜੀ ਸੇਵਾ ਕੀਤੀ, ਗਰੀਬ ਨਵਾਜ ਨੇ ਸਭ ਨੂੰ ਨਿਵਾਜਣਾ ਕੀਤਾ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਜਿਆਂ ਹੋਇਆਂ ਸਿੱਖ ਆਪਸ ਵਿੱਚ ਗੱਲਾਂ ਕਰਦੇ ਐ ਵੀ ਮੈਂ ਬਹੁਤ ਸੇਵਾ ਕੀਤੀ, ਦਿਨ ਕਿਵੇਂ ਲੰਘੇ, ਰਾਤ ਕਿਵੇਂ ਲੰਘੀ, ਸਾਨੂੰ ਸਾਡੇ ਪਰਿਵਾਰ ਨੂੰ ਕੋਈ ਪਤਾ ਨਹੀਂ। ਤੇ ਇੱਕ ਦੂਜੇ ਤੋਂ ਆਪਦੀ ਸੇਵਾ ਵਧੀਕ ਜਣਾਉਂਦੇ ਆ ਵੀ ਤੇਥੋਂ ਮੈਂ ਵੱਧ ਸੇਵਾ ਕੀਤੀ। ਸੱਚੇ ਪਾਤਸ਼ਾਹ ਜੀ ਜਾਣ ਗਏ ਵੀ ਇਹਨਾਂ ਦੇ ਮਨ ਵਿੱਚ ਹੰਕਾਰ ਆ ਗਿਆ ਤੇ ਪੂਰੇ ਗੁਰੂ ਦੀ ਖਾਲਸਾ ਜੀ ਇਹ ਨਿਸ਼ਾਨੀ ਹੁੰਦੀ ਹੈ ਕੋ ਆਪਣੇ ਸ਼ਿਸ਼ ਦੇ ਆਪਣੇ ਸਿੱਖ ਦੇ ਚੇਲੇ ਦੇ ਮਨ ਵਿੱਚ ਸੰਸਾ ਨਾ ਰਹਿਣ ਦੇਵੇ, ਉਹ ਗੁਰੂ ਪੂਰਾ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੂਰਨ ਸਮਰੱਥ ਸਤਿਗੁਰੂ ਸਿੱਖਾਂ ਦੇ ਸੰਸੇ ਨਿਵਿਰਤ ਕਰਨ ਵਾਸਤੇ ਇੱਕ ਅਜਬ ਕੌਤਕ ਰਚਿਆ। ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਮੂੰਹੋਂ ਫਿਰ ਉਹ ਸਾਖੀ ਕਹਾਈ ਵੀ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਨੇ ਪਰਖ ਕੀਤੀ ਸੀ, ਬਾਬਾ ਜੀ
ਇਹਨਾਂ ਨੂੰ ਸਾਖੀ ਸੁਣਾਓ ਸਾਰਿਆਂ ਸਿੱਖਾਂ ਨੂੰ, ਇਹਨਾਂ ਨੂੰ ਪਤਾ ਲੱਗੇ ਵੀ ਇਹ ਸਿੱਖੀ ਐਡੀ ਸੌਖੀ ਨਹੀਂ, ਜੇ ਆਖੀਏ ਵੀ ਅਸੀਂ ਪੂਰਨ ਸਿੱਖ ਬਣ ਗਏ ਹਾਂ। ਇਹਦਾ ਘਰ ਬੜੀ ਦੂਰ ਹੈ। ਤੋ ਅਜੇ ਤਾਂ ਬੜੇ ਬੜੇ ਪੈਂਡੇ ਕੱਤਨੇ ਆ, ਜਾਂ ਜਿਨ੍ਹਾਂ ਨੇ ਵੱਡੇ ਵੱਡੇ ਪੈਂਡੇ ਸਬਰ ਸੰਤੋਖ ਨਾਲ ਫਤਿਹ ਕੀਤੇ, ਸਿੱਖੀ ਵਿੱਚ ਮੁਹਾਰਤ ਹਾਸਲ ਕੀਤੀ, ਉਹਨਾਂ ਫਿਰ ਕਦੇ ਨਹੀਂ ਆਖਿਆ ਜਿਵੇਂ ਗੂੰਗੇ ਨੂੰ ਗੁੜ ਖਵਾ ਦਈਏ, ਜਿਨ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਠਿਆਈ। ਇਹ ਸਿੱਖੀ ਸੇਵਾ ਦਾ ਆਨੰਦ ਤਾਂ ਇਹੋ ਜਿਹਾ, ਮੂੰਹੋਂ ਨਾ ਕੋਈ ਆਖੇ। ਤੇ ਬਾਬਾ ਬੁੱਢਾ ਸਾਹਿਬ ਦੀਆਂ ਫਿਰ ਸਾਧ ਸੰਗਤ ਜੀ ਉਹ ਸਾਰੀ ਸਾਖੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਅੰਤਲੇ ਸਮੇਂ ਦੀ, ਜਦੋਂ ਮਹਾਰਾਜ ਨੇ ਸਿੱਖਾਂ ਦੀ ਪਰਖ ਕੀਤੀ, ਤੇ ਬਾਬਾ ਬੁੱਢਾ ਸਾਹਿਬ ਦੀ ਜ਼ੁਬਾਨੀ ਕਵੀ ਜੀਆਂ ਜਿਵੇਂ ਲਿਖਿਆ ਕਿ ਜਦੋਂ ਮਹਾਰਾਜ ਫਿਰ ਪਰਖ ਕਰਨ ਤੇ ਆਏ ਸੀ, ਉਹ ਪਿਛਲਾ ਆਪਾਂ 2 ਵਾਰੀ ਸੁਣ ਲਿਆ ਕਥਾ। ਤੇ ਮੁਰਦਾ ਖਾਣ ਨੂੰ ਜਦੋਂ ਹਜ਼ੂਰ ਨੇ ਆਖਿਆ ਸੀ, ਉਹ ਸਮੇਂ ਕਿਉਂਕਿ ਪਹਿਲਾਂ ਪਰਖ ਕਰਦਿਆਂ ਕਰਦਿਆਂ ਸਾਰੇ ਹੀ ਚੜ ਗਏ ਸੀ, ਤੇ ਅਸੀਂ 4 ਰਹਿ ਗਏ ਸੀ, ਭਾਈ ਭਗੀਰਥ, ਭਾਈ ਸਧਾਰਨ ਤੇ ਬਾਬਾ ਜੀ ਕਹਿੰਦੇ ਅਸੀਂ ਚੌਥੇ ਭਾਈ ਲਹਿਣਾ। ਜਦੋਂ ਮਹਾਰਾਜ ਨੇ ਪਰਖ ਕੀਤੀ, ਸਾਨੂੰ ਲੁਕਣ ਨੂੰ ਥਾਂ ਨਹੀਂ ਸੀ ਲੱਭਾ, ਅਸੀਂ ਝਾੜੀਆਂ 'ਚ ਲੁਕਦੇ ਫਿਰੇ, ਮੂੰਹ ਲੁਕਾਇਆ ਵੀ ਮਹਾਰਾਜ ਕਿਤੇ ਕਰੜਾ ਹੀ ਹੁਕਮ ਨਾ ਕਰ ਦੇਣ ਵੀ ਮੁਰਦਾ ਖਾਣਾ ਹੀ ਪੈਣਾ, ਤੇ ਜਵਾਬ ਕਿਵੇਂ ਦੇਵਾਂਗੇ। ਭਾਈ ਲਹਿਣਾ ਜੀ ਇਕੱਲੇ ਖੜੇ ਰਹੇ ਸਨ। ਉਹਨਾਂ ਨੇ ਫਿਰ ਮੰਗੀ ਆਗਿਆ, ਮਹਾਰਾਜ ਹਜ਼ੂਰ ਹੁਕਮ ਹੋਵੇ ਕਿੱਧਰੋਂ ਖਾਈਏ। ਤੇ ਆਗਿਆ ਮਿਲਣ ਤੇ ਜਦੋਂ ਕੱਪੜਾ ਚੁੱਕਿਆ, ਹੇਠੋਂ 3 ਮੇਲ ਦਾ ਕੜਾਹ ਪ੍ਰਸ਼ਾਦ ਡਿੱਠਾ। ਇਸ ਤਰ੍ਹਾਂ ਮਹਾਰਾਜ ਨੇ ਪਰਖ ਕੀਤੀ, ਛਾਤੀ ਨਾਲ ਲਾਇਆ, ਸਿੰਘਾਸਣ ਬਖਸ਼ਿਆ, ਗੁਰਿਆਈ ਤਿਲਕ ਦਿੱਤਾ, ਲਹਿਣੇ ਧਰਿਉਣ ਛਤਰ ਸਿਰ, ਅਸਮਾਨ ਕਿਆੜਾ ਛਿਕਿਓਨ, ਜੋਤ ਉਹਾ ਜੁਗਤ ਸਾਹੇ ਸਹਿ ਕਾਇਆ ਫੇਰ ਪਲੱਟੀ ਹੈ। ਇਹੋ ਜਿਹੇ ਗੁਰਵਾਕ ਗੁਰਬਾਣੀ ਵਿੱਚ ਆਉਂਦੇ ਹੈ ਵੀ ਲਹਿਣਾ ਜੀ ਨੂੰ ਮਹਾਰਾਜ ਨੇ ਗੁਰੂ ਅੰਗਦ ਦਾ ਖਿਤਾਬ ਬਖਸ਼ਿਸ਼ ਕੀਤਾ, ਗੁਰਿਆਈ ਬਖਸ਼ਿਸ਼ ਕੀਤੀ। ਇੱਥੋਂ ਹਜ਼ੂਰ ਫਿਰ ਖਡੂਰ ਸਾਹਿਬ ਆ ਗਏ ਸਨ, ਜਿਵੇਂ ਆਪਾਂ ਕੱਲ੍ਹ ਸੁਣਿਆ। ਤੇ ਜਦੋਂ ਮਨ ਵਿੱਚ ਖਿੱਚ ਪਈ, ਪਿਆਰੇ ਪ੍ਰੀਤਮ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਮਿਲਣ ਵਾਸਤੇ, ਤੇ ਇੱਛਾ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦਰਸ਼ਨ ਦੇਣ ਵਾਸਤੇ ਆਏ। ਮਹਾਰਾਜ ਦਾ ਸਤਿਕਾਰ ਕਰਨ ਵਾਸਤੇ ਨਗਰ ਦੇ ਬਾਹਰ ਹੋ ਜਾ ਮਿਲੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ। ਉੱਥੇ ਕੁਝ ਵਿਚਾਰਾਂ ਹੋਈਆਂ, ਤੇ ਗੁਰੂ ਨਾਨਕ ਪਾਤਸ਼ਾਹ ਜੀ ਆਖਿਆ ਵੀ ਤੁਸੀਂ ਹੁਣ ਸਾਡੇ ਨਾਲ ਨਹੀਂ ਆਉਣਾ, ਅਸੀਂ ਕਰਤਾਰਪੁਰ ਸਾਹਿਬ ਤੋਂ ਸੱਚਖੰਡ ਗਮਨ ਕਰਾਂਗੇ, ਤੁਸੀਂ ਇੱਥੇ ਖਡੂਰ ਸਾਹਿਬ ਹੀ ਰਹਿ ਕੇ ਤੇ ਇੱਥੇ ਜੀਵਾਂ ਦੀ ਕਲਿਆਣ ਕਰੋ, ਸਿੱਖੀ ਰਸਤਾ ਉਹ ਵਿਸਥਾਰੋ। ਮਹਾਰਾਜ ਐਂ ਕਹਿ ਕੇ ਚਲੇ ਗਏ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਫਿਰ ਜਾਪਿਆ ਵੀ ਮਹਾਰਾਜ ਕਹਿੰਦੇ ਇੱਥੇ ਹੀ ਬੈਠੇ ਰਹੋ, ਕਹਿਣ ਦਾ ਭਾਵ ਸੀ ਮਹਾਰਾਜ ਦਾ ਖਡੂਰ ਸਾਹਿਬ। ਤੇ ਉਹ ਉਸੇ ਜਗ੍ਹਾ ਹੀ ਚੌਂਕੜਾ ਲਾ ਲਿਆ ਸੀ। ਕਈ ਮਹੀਨੇ ਹੀ ਬੈਠੇ ਰਹੇ, ਕੱਪੜੇ ਪਾਟ ਗਏ ਬੈਠਿਆਂ ਹੋਇਆਂ ਦੇ, ਹਨੇਰੀਆਂ ਦੇ ਨਾਲ। ਤੇ ਸਮਾਧੀ 'ਚ ਐਸਾ ਲੀਨ ਹੋਏ, 4 ਚੁਫੇਰੇ ਘਾਹ ਉੱਡ ਕੇ ਮੋਢੇ ਮੋਢੇ ਜਿੱਡਾ ਹੋ ਗਿਆ, ਉੱਗ ਕੇ। ਇਹੋ ਜਿਹਾ ਤਪ ਵੇਖ ਕੇ ਗੁਰੂ ਨਾਨਕ ਪਾਤਸ਼ਾਹ ਜੀ ਆਣ ਫਿਰ ਕੁਝ ਮਹੀਨਿਆਂ ਤੋਂ ਮੁੜ ਜਗਾਇਆ ਸੀ। ਆਖਿਆ ਵੀ ਅਸੀਂ ਤੁਹਾਨੂੰ ਇਹ ਨਹੀਂ ਸੀ ਆਖਿਆ ਇੱਥੇ ਬੈਠੇ ਰਹੋ, ਤੁਹਾਨੂੰ ਅਸੀਂ ਆਖਿਆ ਸੀ ਵੀ ਸਾਡੇ ਮਗਰ ਕਰਤਾਰਪੁਰ ਨਹੀਂ ਆਉਣਾ, ਇੱਥੇ ਗੋਇੰਦਵਾਲ ਰਹੋ ਤੁਸੀਂ, ਪਰ ਤੁਸੀਂ ਤਾਂ ਇੱਥੇ ਹੀ ਬੈਠ ਗਏ, ਤੁਹਾਨੂੰ ਤਪ ਕਰਨ ਦੀ ਕੋਈ ਬਹੁਤੀ ਲੋੜ ਨਹੀਂ। ਅਸੀਂ ਇਸ ਗੁਰਿਆਈ ਗੁਰਤਾ ਨੂੰ ਤਗੜਿਆਂ ਕਰਨ ਵਾਸਤੇ ਬੜਾ ਪਹਿਲਾਂ ਹੀ ਤਪ ਕਰ ਚੁੱਕੇ ਹਾਂ, ਰੋੜਾਂ ਦੀ ਵਿਛਾਈ ਕਰ ਕਰਕੇ ਤੇ ਆਦਿਕ। ਇਸ ਲਈ ਤੁਸੀਂ ਤਾਂ ਹੁਣ ਸਿੱਖੀ ਪੰਥ, ਸਿੱਖੀ ਮਰਿਆਦਾ, ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ ਤੇ ਆਦਿਕ ਸਿੱਖਿਆਵਾਂ ਦਾ ਪ੍ਰਚਾਰ ਕਰੋ ਦੱਬ ਕੇ। ਇਹ ਬਚਨ ਕਹਿ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਮੁੜ ਗਏ। ਇਹ ਪਾਵਨ ਪਵਿੱਤਰ ਪ੍ਰਸੰਗ ਆਪਾਂ ਕੱਲ੍ਹ ਸੁਣਿਆ। ਤੇ ਬਾਬਾ ਬੁੱਢਾ ਸਾਹਿਬ ਜੀ ਫਿਰ ਸਮਝਾਉਣ ਲੱਗੇ, ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਕੇ ਹੰਕਾਰੀ ਹੋਏ ਸਿੱਖਾਂ ਨੂੰ ਵੀ ਭਾਈ ਇਹ ਐਸਾ ਮਾਰਗ ਹੈ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਤਾਂ ਮਾਰਗ ਪੈਰ ਤਰੀਜਾ ਹੈ, ਸਿਰ ਦੀਜੈ ਕਾਣ ਨਾ ਕੀਜੈ।
ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇਹੋ ਜਿਹੀ ਬਿਰਤੀ ਰੱਖੇ ਉਹ ਗੁਰੂ ਘਰ ਵਿੱਚ ਪ੍ਰਮਾਣਿਕ ਹੁੰਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਆਪ ਦੇ ਵਿੱਚ ਹੀ ਅਭੇਦ ਕਰ ਲੈਂਦੇ ਆ। ਇਹ ਪਵਿੱਤਰ ਕਥਾ ਆਪਾਂ ਕੱਲ ਸਰਵਣ ਕੀਤੀ। ਨਾਲ ਹੀ ਸਾਧ ਸੰਗਤ ਜੀ ਇਸ ਗ੍ਰੰਥ ਦੀ ਦੂਸਰੀ ਰਾਸ ਕੱਲ ਦੇ ਦੀਵਾਨ ਅੰਦਰ ਹੀ ਸਮਾਪਤ ਹੋਈ। ਅੱਜ ਤੀਜੀ ਰਾਸ ਆਰੰਭ ਹੋ ਰਹੀ ਹੈ। ਜਿਵੇਂ ਸੂਰਜ ਦੀਆਂ 12 ਰਾਸਾਂ ਹਨ, ਕਵੀ ਸੰਤੋਖ ਸਿੰਘ ਸਾਹਿਬ ਜੀਆਂ ਦੀ ਮਹਾਨ ਰਚਨਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਇਹਨੂੰ ਸੂਰਜ ਪ੍ਰਕਾਸ਼ ਤਦ ਹੀ ਆਖਿਆ ਜਾਂਦਾ ਜਿਵੇਂ ਸੂਰਜ ਦਾ ਸੁਭਾਅ, ਅਤੇ ਉਹ ਇੱਥੇ 6 ਰੁੱਤਾਂ ਦਾ ਕਥਨ ਉਵੇਂ ਹੀ ਆਉਂਦਾ ਹੈ। 12 ਰਾਸਾਂ ਦਾ ਕਥਨ ਆਉਂਦਾ ਹੈ ਵੀ ਆਹ ਰਾਸ ਚੱਲ ਰਹੀ, ਹੁਣ ਅੱਗੇ 2 ਰਾਸਾਂ ਪਿੱਛੇ ਸੰਪੂਰਨ ਹੋਈਆਂ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਰਾਏ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅਵਤਾਰ ਧਾਰਨ ਦਾ ਹੁਣ ਅੱਗੇ ਜਿਵੇਂ ਸਮਾਂ ਆਵੇਗਾ, ਕੀ ਕਾਰਨ ਬਣੇ, ਕਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਬਾਬਾ ਬੁੱਢਾ ਸਾਹਿਬ ਜੀ ਨੂੰ ਵਡਿਆਈਆਂ ਬਖਸ਼ੀਆਂ, ਪੁੱਤਰਾਂ ਦੇ ਦਾਨੀ ਦਾ ਖਿਤਾਬ ਬਖਸ਼ਿਸ਼ ਕੀਤਾ, ਉਹ ਹੌਲੀ ਹੌਲੀ ਉਹ ਪ੍ਰਸੰਗ ਆਉਣੇ ਆ। ਅਤੇ ਇਸ ਕਰਕੇ ਹੁਣ ਸਾਧ ਸੰਗਤ ਜੀ ਤੀਸਰੀ ਰਾਸ ਆਰੰਭ ਹੋ ਰਹੀ ਹੈ। 12 ਰਾਸਾਂ ਇਸ ਗ੍ਰੰਥ ਦੀਆਂ। ਆਪਣੀ ਕਥਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਦਇਆ ਸਦਕਾ ਅੱਜ ਤੀਸਰੀ ਰਾਸ ਵਿੱਚ ਪ੍ਰਵੇਸ਼ ਕਰ ਰਹੀ ਹੈ। ਗੁਰੂ ਗਰੀਬ ਨਿਵਾਜ ਨਿਰਵਿਘਨਤਾ ਸਹਿਤ ਅੱਗੇ ਵੀ ਦਇਆ ਕਰਨ। ਜਿਵੇਂ ਫਿਰ ਕਵੀਆਂ ਦੇ ਸਾਧ ਸੰਗਤ ਜੀ ਸੰਕੇਤ ਬੰਨੇ ਹੁੰਦੇ ਆ, ਮਰਿਆਦਾ ਬੰਨੀ ਹੁੰਦੀ ਹੈ। ਸੰਸਾਰ ਦੇ ਜਿੰਨੇ ਵੀ ਕਵੀ ਹਨ ਉਹ ਆਪਣੀ ਕੋਈ ਛੰਦਾਬੰਦੀ ਕਵਿਤਾ ਲਿਖਣ ਰਚਣ ਤੋਂ ਪਹਿਲਾਂ ਉਹ ਆਪਣੇ ਇਸ਼ਟ ਦਾ ਮੰਗਲ ਕਰਦੇ ਹੈ। ਅਤੇ ਨਾਲ ਹੀ ਉਹ ਸਾਰੇ ਕਵੀ ਇੱਕ ਦੈਵੀ ਸ਼ਕਤੀ ਮੰਨਦੇ ਆ, ਗੈਬੀ ਸ਼ਕਤੀ। ਇੱਧਰ ਭਾਰਤ ਵਰਸ਼ ਦੇ ਕਵੀ ਉਹਨੂੰ ਸਰਸਵਤੀ ਆਖਦੇ ਹੈ। ਯੂਰਪ ਜਾਂ ਹੋਰ ਜਿੱਥੋਂ ਦੇ ਮਰਜ਼ੀ ਆਪ ਕਾਵ ਰਚਨਾ ਪੜ੍ਹੋ, ਉੱਥੋਂ ਦੀਆਂ ਲਿਖਤਾਂ ਜਿਸ ਮਰਜ਼ੀ ਦੇਸ਼ਾਂ ਦੀਆਂ ਪੜ੍ਹੋ, ਸਾਰੀ ਮੁਸਲਮਾਨ ਕੀ ਈਸਾਈ ਸਾਰੀ ਇੱਕ ਸ਼ਕਤੀ ਮੰਨਦੇ ਆ ਜਿਹਦੇ ਆਸ਼ੀਰਵਾਦ ਵਰਦਾਨ ਦੇ ਨਾਲ ਕਵਿਤਾਵਾਂ ਲਿਖੀਆਂ ਜਾਂਦੀਆਂ। ਤੋ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੇ ਉਹ ਕਵੀਆਂ ਦੀ ਸੰਕੇਤਤਾ ਹੂ ਬਹੂ ਉਵੇਂ ਮਰਿਆਦਾ ਸੰਸਾਰ ਦੀ ਨੂੰ ਵਿਗਾੜਿਆ ਨਹੀਂ, ਕਵੀਆਂ ਦੀ ਮਰਿਆਦਾ ਨੂੰ। ਅਤੇ ਕਵ ਸੰਕੇਤ ਮੰਗਲ ਵੀ ਕੀਤੇ, ਇਸ਼ਟ ਮੰਗਲ, ਫਿਰ ਗੁਰਮਰਿਆਦਾ ਜਾਂ ਗੁਰੂ ਮੰਗਲ, 10 ਪਾਤਸ਼ਾਹਾਂ ਦੀ ਸੋਭਾ ਗਾਈ। ਅੱਜ ਆਪਾਂ ਕੁਝ ਮੰਗਲਾਂ ਦੀ ਕਥਾ ਅੱਜ ਸਰਵਣ ਕਰਾਂਗੇ ਅਤੇ ਨਾਲ ਥੋੜ੍ਹੀ ਥੋੜ੍ਹੀ ਕਥਾ ਹੋਈ ਜਾਏਗੀ। 13 ਦੇ ਕਰੀਬ ਸਾਧ ਸੰਗਤ ਦੀ ਤੀਸਰੀ ਰਾਸ ਦੇ ਮੰਗਲ ਹਨ। ਇਹ 13 ਮੰਗਲ 2 ਜਾਂ 3 ਦਿਨ ਵਿੱਚ ਆਰੰਭਤਾ ਅਤੇ ਮੰਗਲਾਂ ਦੀ ਕਥਾ ਹੋਇਆ ਕਰੇਗੀ। ਉਸ ਤੋਂ ਬਾਅਦ ਕੁਝ ਕੁ ਸਮਾਂ ਜਿਹੜੀ ਵੈ ਉਹ ਨਿਤਾ ਪ੍ਰਤੀ ਜਿਵੇਂ ਗੁਰ ਇਤਿਹਾਸ ਦੀ ਕਥਾ ਨਾਲ ਚੱਲੀ ਜਾਏਗੀ। ਚਿੱਤ ਬਿਰਤੀ ਇਕਾਗਰ ਕਰੋ ਜੀ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਸਤਿਗੁਰਾਂ ਨੂੰ ਹਿਰਦੇ ਵਸਾਓ। ਚਿੱਤ ਬਿਰਤੀ ਇਕਾਗਰ ਕਰੋ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੋ ਕਵੀ ਰਾਜ ਆਪਣੇ ਇਸ਼ਟ ਦਾ ਮੰਗਲ ਕਰਦੇ। ਜਿਵੇਂ ਸਾਰੇ ਆਪਾਂ ਸਿੱਖ ਅਕਾਲ ਪੁਰਖ ਪਰਮੇਸ਼ਰ ਨੂੰ ਭਾਈ ਆਪਣਾ ਇਸ਼ਟ ਮੰਨਦੇ ਹਾਂ। ਉਹ ਕਰਤਾ ਧਰਤਾ ਹਰਤਾ ਸਭ ਪਰਮੇਸ਼ਰ ਅਕਾਲ ਪੁਰਖ ਹੈ। ਤੋ ਉਹ ਇੱਕ ਓੰਕਾਰ, ਉਹ ਇੱਕ ਹੈ ਭਾਈ, ਅਦੁੱਤੀ ਜੀ ਦੇ ਬਰਾਬਰ ਕੋਈ ਦੂਜਾ ਨਹੀਂ। ਓੰਕਾਰ ਸਮੂਹ ਦਾ ਪ੍ਰਕਾਸ਼ਕ ਹੈ, ਸਭ ਪਸਾਰਾ ਉਸੇ ਦਾ ਹੋਇਆ ਕੀਤਾ ਹੈ। ਸਤ ਨਾਸ਼ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸੇ ਇੱਕ ਓੰਕਾਰ ਕਹੀਏ ਅਕਾਲ ਪੁਰਖ। ਇੱਕ ਓੰਕਾਰ ਜਣਾਇਕ ਹੈ ਖਾਲਸਾ ਜੀ ਬ੍ਰਹਮ ਦਾ। ਅਤੇ ਉਹ ਬ੍ਰਹਮ ਅਕਾਲ ਪੁਰਖ ਦੀ ਪ੍ਰਾਪਤੀ ਸੱਚੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪ੍ਰਸਾਦ ਕਹੀਏ ਕਿਰਪਾ ਦੇ ਨਾਲ ਹੁੰਦੀ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਸ਼੍ਰੀ ਜਿਹੜਾ ਮਾਇਆ ਦਾ ਪਤੀ ਹੈ ਜਾਂ ਸ਼੍ਰੀ ਸੁਭਾਏਮਾਨ ਸੋਭਾ ਵਾਲਾ ਸਭ ਸੰਸਾਰ ਦਾ ਸ਼੍ਰੋਮਣੀ ਜਿਹੜਾ ਵਾਹਿਗੁਰੂ ਹੈ, ਉਹ ਅਕਾਲ ਪੁਰਖ ਵਾਹਿ ਅਸਚਰਜ ਹੈ, ਜਿਹਦਾ ਨਾਮ ਜਿਹਦੇ ਕੌਤਕ
ਗੋ ਨਾਮ ਖਾਲਸਾ ਜੀ ਹਨੇਰੇ ਦਾ ਹੈ, ਰੂਹ ਨਾਮ ਪ੍ਰਕਾਸ਼ ਦਾ ਹੈ। ਜਿਹੜਾ ਅਗਿਆਨ ਦੇ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਸ਼੍ਰੀ ਕਹੀਏ ਸ਼੍ਰੋਮਣੀ ਹੈ। ਤੇ ਉਸੇ ਪਰਮੇਸ਼ਰ ਵਾਹਿਗੁਰੂ ਜੀ ਕੀ ਫਤਿਹ, ਉਸ ਪਰਮੇਸ਼ਰ ਦੀ ਫਤਿਹ ਹੋ ਰਹੀ ਹੈ। ਉਹ ਪਰਮੇਸ਼ਰ ਦਾ ਹੀ ਸਾਰੇ ਸੰਸਾਰ ਵਿੱਚ ਵਰਤਾਰਾ ਵਰਤ ਰਿਹਾ ਹੈ। ਅਥ ਤ੍ਰਿਤੀਯ ਰਾਸ ਕਥਨੰ। ਕਵੀ ਜੀ ਕਹਿੰਦੇ ਹੁਣ ਅਸੀਂ ਤੀਜੀ ਰਾਸ ਪਾਈ ਇਸ ਗ੍ਰੰਥ ਦੀ ਆਰੰਭ ਕਰ ਰਹੇ ਹਾਂ, ਕਥਨ ਕਰਦੇ ਲਿਖਦੇ ਹਾਂ। ਦੋਹਰਾ ਸਾਰਸੁਤੀ ਸਰਤਾ ਵਹੋ। ਤੋ ਹੁਣ ਕਵ ਸੰਕੇਤ ਮੰਗਲ ਕਰਦੇ ਕਵੀ ਜੀ। ਸਾਰਸੁਤੀ ਸਰਤਾ ਵਹੋ, ਹੇ ਸਰਸਵਤੀ ਤੂੰ ਸਰਤਾ ਕੀ ਨਦੀ ਬਣ ਕੇ ਜਿਹੜੀ ਹੈ ਸਾਡੇ ਹਿਰਦੇ ਦੇ ਅੰਦਰ ਵਹਿਣਾ ਕਰ। ਜਿਵੇਂ ਨਦੀ ਵਹਿੰਦੀ ਆ ਨਾ ਤੇਜ ਵਹਾ, ਇਸ ਤਰ੍ਹਾਂ ਇਹ ਸਰਸਵਤੀ ਤੂੰ ਸਾਡੇ ਹਿਰਦੇ ਅੰਦਰ ਇਸ ਤਰ੍ਹਾਂ ਵਹਿਣਾ ਕਰ। ਬਾਕ ਤਰੰਗ ਵਿਚਾਰ। ਤੇ ਜਿਹੜੇ ਤਾਂ ਕੀ ਹੋਵੇ ਜਿਵੇਂ ਨਦੀ ਦੇ ਵਹਿਣ ਤੇਜ ਦੇ ਨਾਲ ਫਿਰ ਤਰੰਗਾਂ ਉੱਠਦੀਆਂ, ਇਸ ਤਰ੍ਹਾਂ ਸਾਡੇ ਹਿਰਦੇ ਵਿੱਚ ਸ੍ਰੇਸ਼ਟ ਵਾਕਾਂ ਰੂਪ ਤਰੰਗਾਂ ਉੱਠਣ, ਸੋਹਣੀ ਸੁੱਧ ਬੁੱਧ ਹੋਵੇ ਤਾਂ ਕਿ ਅਸੀਂ ਇਹ ਸੋਹਣੀ ਰਚਨਾ ਗ੍ਰੰਥ ਰਚ ਸਕੀਏ। ਬਾਗ ਤਰੰਗ ਵਿਚਾਰ, ਜਿਹੜੇ ਸ੍ਰੇਸ਼ਟ ਵਿਚਾਰ ਰੂਪੀ ਤਰੰਗਾਂ, ਸ੍ਰੇਸ਼ਟ ਬਚਨਾ ਵਾਕ ਇਹ ਤੇ ਆਦਿਕ ਜਿਹੜੇ ਵੈ ਸ੍ਰੇਸ਼ਟ ਬਾਕ ਸ੍ਰੇਸ਼ਟ ਵਿਚਾਰ ਇਹ ਲਹਿਰਾਂ ਬਣ ਬਣ ਕੇ ਹਿਰਦੇ ਵਿੱਚ ਉੱਠਣ। ਚਾਰ ਸੋ ਮਮ ਮਾਨਸ ਬਿਖੈ। ਤੇ ਜਿਹੜਾ ਮੇਰਾ ਮਨ ਹੈ ਨਾ ਇਹ ਜਿਵੇਂ ਸੋਹਣਾ ਮਾਨ ਸਰੋਵਰ ਹੋਵੇ, ਸੋਹਣੇ ਮਾਨ ਸਰੋਵਰ ਰੂਪੀ ਮੇਰੇ ਮਨ ਦੇ ਵਿੱਚ ਜਾਨੋ ਸਾਰ ਅਸਾਰ। ਤੇ ਤੂੰ ਪ੍ਰਵੇਸ਼ ਕਰ, ਵਿਖੇ ਕਹੀਏ ਵਿੱਚ ਆ, ਜਾਂ ਇਹਦਾ ਸਾਧ ਸੰਗ ਜੀ 99 ਕਰਕੇ ਅਰਥ ਕਰੀਏ 400 ਮਾਮ ਮਾਨਸ ਬਿਖੈ ਸਾਰਸੁਤੀ ਸਰਤਾ ਵਹੋ। ਮੇਰੇ ਇਹ ਮਨ ਰੂਪੀ ਮਾਨ ਸਰੋਵਰ ਵਿੱਚ ਨਾ ਇਹ ਚਾਰ ਸੋਹਣੇ ਸਰਸਵਤੀ ਤੂੰ ਸਰਤਾ ਕੀ ਨਦੀ ਬਣ ਕੇ ਵਹਿਣਾ ਕਰ। ਫਿਰ ਕੀ ਹੋਵੇਗਾ? ਬਾਕ ਤਰੰਗ ਵਿਚਾਰ ਜਾਨੋ ਸਾਰ ਅਸਾਰ, ਤਾਂ ਕਿ ਮੇਰੇ ਹਿਰਦੇ ਵਿੱਚ ਸ੍ਰੇਸ਼ਟ ਵਿਚਾਰ ਪੈਦਾ ਹੋਵੇ। ਜਾਨੋ ਸਾਰ ਅਸਾਰ, ਮੈਂ ਜਾਣ ਲਵਾਂ ਚੰਗਾ ਕੀ ਹੈ ਲਿਖਣ ਲੱਗਿਆ, ਤੇ ਅਸਾਰ ਕੀ ਹੈ ਝੂਠਾ ਕੀ, ਸੱਚ ਕੀ ਤੇ ਝੂਠ ਕੀ ਹੈ। ਵੀ ਮੇਰੀ ਕਥਾ ਲਿਖਣ ਵਿੱਚ ਕਵੀ ਜੀ ਕਹਿੰਦੇ ਕੋਈ ਰਲ ਗੱਡ ਨਾ ਮੇਥੋਂ ਹੋਵੇ। ਮੈਂ ਜਾਣ ਲਵਾਂ ਵੀ ਸਾਰ ਸੱਚ ਕੀ ਇਤਿਹਾਸ ਵਿੱਚ ਗੁਰਮਤੀ ਕਸਵੱਟੀ ਤੇ ਉਤਰਦਾ ਖਰਾ ਇਤਿਹਾਸ, ਤੇ ਅਸਾਰ ਝੂਠ ਕੀ ਹੈ। ਤੋ ਇਸ ਤੋਂ ਇਲਾਵਾ ਸਾਧ ਸੰਗਤ ਜੀ ਕੁਝ ਵਿਦਵਾਨ ਇਹਦਾ ਮੰਗਲ ਇਸ ਤਰ੍ਹਾਂ ਇਹਦਾ ਅਰਥ ਕਰ ਲੈਂਦੇ ਆ ਕਿ ਸਰਸਵਤੀ ਸਾਧ ਸੰਗਤ ਜੀ ਸਾਰ ਤੇ ਸੁਤੀ, ਸਾਰ ਨਾਮ ਸ੍ਰੇਸ਼ਟ ਦਾ, ਸੁਤੀ ਨਾਮ ਟਿਕਾ ਦਾ ਹੈ ਸਥਿਤੀ ਦਾ। ਤੋ ਜਿਹੜੀ ਸਾਧ ਸੰਗਤ ਜੀ ਸਾਰ ਕੀ ਸ੍ਰੇਸ਼ਟਤਾਈ ਵਿੱਚ ਸੁਤੀ ਕਹੀਏ ਸਥਿਤੀ ਕਰਵਾ ਦੇਣ ਵਾਲੀ ਉਹ ਕੀ ਹੈ? ਗੁਰਬਾਣੀ ਹੈ। ਜਾਂ ਸਾਰ ਸਾਧ ਸੰਗਤ ਜੀ ਨਾਮ ਸ੍ਰੇਸ਼ਟ ਦਾ ਹੈ ਤੇ ਸੁਤੀ ਨਾਮ ਟਿਕੇ ਹੋਣ ਦਾ। ਸਾਰ ਨਾਮ ਸੱਚ ਦਾ ਹੈ ਤੇ ਸੁਤੀ ਨਾਮ ਟਿਕੇ ਹੋਏ ਦਾ। ਸੱਚ ਕਿਹਦੇ ਵਿੱਚ ਟਿਕਿਆ ਹੋਇਆ ਹੈ? ਉਹ ਸਾਧ ਸੰਗਤ ਜੀ ਗੁਰਬਾਣੀ ਹੈ। ਤ੍ਰੈਕਾਲ ਆਬਾਦ ਰੂਪ ਸਤ ਹੈ। ਸੱਚੇ ਪਾਤਸ਼ਾਹ ਮਹਾਰਾਜ ਦੇ ਮੁਖੋਂ ਨਿਕਲੇ ਹੋਏ ਪਾਵਨ ਪਵਿੱਤਰ ਸ਼ਬਦ ਬਚਨ ਉਹ ਸਾਰ ਸ੍ਰੇਸ਼ਟ ਸੱਚ ਦੇ ਵਿੱਚ ਸੁਤੀ ਸਥਿਤੀ ਕਰਵਾਉਣ ਵਾਲੇ ਹੈ। ਇਸ ਕਰਕੇ ਇਹਦਾ ਅਰਥ ਫਿਰ ਗੁਰਬਾਣੀ ਹੈ। ਗੁਰੂ ਕੀ ਬਾਣੀ ਸਰਤਾ ਵਹੋ, ਗੁਰੂ ਕੀ ਬਾਣੀ ਮੇਰੇ ਹਿਰਦੇ ਵਿੱਚ ਐਂ ਵਹਿਣਾ ਕਰ ਜਿਵੇਂ ਕੋਈ ਨਦੀ ਹੁੰਦੀ ਹੈ। ਚਾਰ ਸੋ ਮਮ ਮਾਨਸ ਬਿਖੈ, ਇਹ ਜਿਹੜਾ ਸੋਹਣਾ ਤੇਰਾ ਵਹਿਣ ਆ ਨਾ ਮੇਰੇ ਮਨ ਦੇ ਵਿੱਚ ਹੋਵੇਗਾ ਫਿਰ ਕੀ? ਉਹੀ ਬਸ ਬਾਕ ਤਰੰਗ ਵਿਚਾਰ, ਮੇਰੇ ਵਿਚਾਰ ਤੇ ਮੇਰੀ ਜਿਹੜੀ ਵਿਵਾਕ ਲਿਖਣ ਸ਼ੈਲੀ ਬੋਲਣ ਸ਼ੈਲੀ ਜਾਂ ਵਿਚਾਰ ਜਿਹੜੇ ਆ ਉਹ ਸ੍ਰੇਸ਼ਟ ਹੋ ਜਾਣ। ਜਾਨੋ ਸਾਰ ਅਸਾਰ, ਤਰੰਗਾਂ ਦੀ ਤਰ੍ਹਾਂ ਉੱਠਣ ਤੇ ਮੈਂ ਜਾਣ ਜਾਵਾਂ ਵੀ ਸੰਸਾਰ ਤੇ ਇਹ ਸਾਰ ਸੱਚ ਕੀ ਹੈ, ਸੰਸਾਰ ਵਿੱਚ ਅਸਾਰ ਝੂਠ ਕੀ। ਭਾਵ ਬ੍ਰਹਮ ਸੱਚ ਹੈ ਤੇ ਸੰਸਾਰ ਝੂਠ ਹੈ, ਮੋਹ ਮਮਤਾ ਝੂਠੀ ਹੈ। ਜਿਸ ਕਰਕੇ ਮੇਰੀ ਬੁੱਧੀ ਇਕਾਗਰ ਹੋਵੇ ਤੇ ਇਹ ਕਥਾ ਲਿਖਣ ਵਿੱਚ ਮੈਨੂੰ ਸਖਿਆਈ ਹੋ ਜਾਵੇਗੀ। ਸਵਈਆ ਕਰਤਾ ਜਗ ਕੇ ਰਸੁਰਾਸੁਰ ਕੋ। ਤੇ ਅੱਗੇ ਕਵੀ ਜੀ ਫਿਰ ਅਕਾਲ ਪੁਰਖ ਪਰਮੇਸ਼ਰ ਦਾ ਮੰਗਲ ਕਰਦੇ ਹਨ। ਸਵਈਏ ਅੰਦਰ ਕਰਤਾ ਜਗ ਕੇ ਰਸੁਰਾਸੁਰ ਕੋ, ਜਿਹੜਾ ਅਕਾਲ ਪੁਰਖ ਪਰਮੇਸ਼ਰ ਹੈ ਭਾਈ ਉਹ ਕਰਤਾ ਕੀ ਇਹ ਕਰਨ ਵਾਲਾ ਹੈ ਸਾਰੇ ਸੰਸਾਰ ਨੂੰ। ਸੰਸਾਰ ਵਿੱਚ ਉਸੇ ਦੇ ਬਣਾਏ ਸੁਰ ਨਾਮ ਦੇਵਤਿਆਂ ਦਾ ਸੁਰਾਸੁਰ ਪਾਠ ਆਇਆ
ਸੁਰਦ ਨਾਮ ਦੇਵਤਿਆਂ ਦਾ, ਤੇ ਕੰਨੇ ਚੋਂ ਖਾਲਸਾ ਜੀ ਐੜ ਦੀ ਸੰਧੀ ਨਿਕਲਦੀ ਹੈ। ਅਸੁਰ ਦੇਵਤੇ, ਅਸੁਰ ਕਹੀਏ ਦੈਂਤ। ਪਰਮੇਸ਼ਰ ਜਿਹੜਾ ਅਕਾਲ ਪੁਰਖ ਹੈ ਨਾ, ਦੇਵੀ ਦੇਵਤਿਆਂ, ਦੈਂਤ ਦੈਂਤਨੀਆਂ, ਰਾਖਸ਼ਾਂ ਦੇ ਕਰਤਾ ਕਹੀਏ ਕਰਨ ਵਾਲੇ ਹਨ। ਨਿਸ ਦਿਓ ਸਚਰਾਚਰ ਕੋ ਪਰਤਾ। ਤੇ ਉਹ ਪਰਮੇਸ਼ਰ ਹੀ ਨਿਸ ਰਾਤ ਦਿਉਸ ਦਿਨ ਚਰਾਚਰ, ਚਾਰ ਨਾਮ ਖਾਲਸਾ ਜੀ ਚਲਾਏ ਮਨ, ਚੱਲਣ ਵਾਲਿਆਂ ਦਾ ਕਹੀਏ ਜਿਹੜੇ ਜੰਗਮ ਹੈ, ਚੇਤਨ ਹੈ। ਤੇ ਐੜੇ ਦੀ ਸੰਧੀ ਨਿਕਲੇ ਕੰਨੇ ਚੋਂ, ਅਚਾਰ ਕਹੀਏ ਜਿਹੜੇ ਜੜ ਹੈ, ਜਿਵੇਂ ਰੁੱਖ ਬ੍ਰਿਛੇ ਜੜ ਜੂਨੀ ਹੈ। ਤੇ ਜਿਹੜੇ ਸਾਧ ਸੰਗੀ ਤੁਰ ਫਿਰ ਸਕਦੇ ਹੈ, ਪ੍ਰਾਣੀ ਪਸ਼ੂ ਪੰਛੀ ਆਦਿਕ, ਇਹ ਸਾਰੇ ਦੇ ਸਾਰੇ ਚੇਤਨ ਜੂਨੀ ਵਿੱਚ ਆਉਂਦੇ ਹੈ। ਉਹ ਕਵੀ ਜੀ ਕਹਿੰਦੇ ਉਹ ਪਰਮੇਸ਼ਰ ਜਿਹੜਾ ਦਿਨ ਰਾਤ ਹੀ, ਚਾਰ ਕਹੀਏ ਜਿਹੜੇ ਵੈ ਚੇਤਨ, ਤੇ ਅਚਾਰ ਕਹੀਏ ਜਿਹੜੇ ਜੜ ਹੈ, ਜੜ ਜੰਗਮ ਜੜ ਚੇਤਨ ਕੋ ਭਰਤਾ, ਉਹਦੇ ਨਾਲ ਸੰਸਾਰ ਨੂੰ ਭਰਨ ਵਾਲਾ, ਜਿਹਨੂੰ ਤਾਂ ਹੀ ਵਿਸਵੰਪਰ ਕਹਿੰਦੇ ਨਾ, ਪਰਮੇਸ਼ਰ ਨੂੰ ਵਿਸ ਸੰਸਾਰ ਨੂੰ ਅੰਪਰ ਭਰਨ ਵਾਲਾ ਹੈ। ਉਹ ਪਰਮੇਸ਼ਰ ਸਾਰੇ ਸੰਸਾਰ ਨੂੰ ਭਰਨ ਵਾਲਾ ਹੈ। ਭਰਤਾ ਸਭ ਕੋ ਪਰਮੇਸ਼ਰ ਪੂਰਨ। ਤੇ ਫਿਰ ਉਹ ਪਰਮ ਈਸ਼ਵਰ ਕਹੀਏ ਸਾਧ ਸੰਗ ਜੀ, ਜਿਹੜੇ ਈਸ਼ਵਰ ਮੰਨੇ ਆ, ਉਹਨਾਂ ਸਾਰੇ ਈਸ਼ਵਰਾਂ ਦਾ ਵਿੱਚੋਂ ਪਰਮ ਨਾਮ ਵੱਡੇ ਦਾ, ਸਾਰਿਆਂ ਈਸ਼ਾਂ ਦੇ ਵਿੱਚੋਂ ਉਹ ਪਰਮ ਹੈ। ਪੂਰਨ ਕਹੀਏ ਸਰਬ ਵਿਆਪਕ ਹੈ, ਜਿੱਥੇ ਵੇਖੋ ਉੱਥੇ ਹੀ ਮੌਜੂਦ ਹੈ। ਭਰਤਾ ਸਭ ਕੋ, ਤੇ ਸਾਰਿਆਂ ਦਾ ਭਰਤਾ ਨਾਮ ਸਾਧ ਸੰਗ ਜੀ ਇੱਥੇ ਪਤੀ ਦਾ, ਪਤੀ ਕਹੀਏ ਖਸਮ, ਖਸਮ ਕਹੀਏ ਮਾਲਕ। ਉਹ ਪਰਮੇਸ਼ਰ ਸਾਰਿਆਂ ਦਾ ਭਰਤਾ ਪਈ, ਏਕਾ ਪੁਰਖ ਸਬਾਈ ਨਾਰ। ਉਹ ਪਰਮੇਸ਼ਰ ਸਾਰਿਆਂ ਦਾ ਪਤੀ ਹੈ, ਪਤੀ ਕਹੀਏ ਮਾਲਕ, ਸੁਆਮੀ ਹੈ, ਪੂਰਨ ਵਿਆਪਕ ਹੈ। ਦਾਸ ਬਿਨ ਨਿਤ ਆਚਰਤਾ। ਤੇ ਜਿਹੜੇ ਦਾਸ ਬੇਨਤੀਆਂ ਕਰਨ ਵਾਲੇ ਨਿਤਾ ਪ੍ਰਤੀ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਸਦਾ ਬੇਨਤੀਆਂ ਕਰਦੇ ਹੈ। ਤੇ ਉਹ ਜਿਵੇਂ ਫਿਰ ਬੇਨਤੀ ਕਰਦੇ ਆ ਨਾ ਸਿੱਖ, ਪਰਮੇਸ਼ਰ ਉਵੇਂ ਹੀ ਆਚਰਤਾ ਉਵੇਂ ਆਪਦਾ ਆਚਰਣ ਬਣਾ ਲੈਂਦਾ ਹੈ। ਸਾਧ ਸੰਗਤ ਜੀ, ਭਗਤ ਧੰਨਾ ਜੀ ਜੱਟ ਸਾਨੂੰ ਵਾਹੀ ਕਰਦੇ ਕਰਕੇ ਉਹਨਾਂ ਨੇ ਪਰਮੇਸ਼ਰ ਨੂੰ ਜਿਵੇਂ ਫਿਰ ਸਿਮਰਿਆ ਨਾ, ਤੇ ਪਰਮੇਸ਼ਰ ਹੁਣ ਪਰਮੇਸ਼ਰ ਇਹ ਥੋੜ੍ਹੀ ਵੀ ਪਰਮੇਸ਼ਰ ਕਹੀਏ ਵੀ ਜ਼ਿਮੀਂਦਾਰ ਹੈ, ਉਹ ਜ਼ਿਮੀਂਦਾਰ ਵੀ ਫਿਰ ਨਹੀਂ, ਪਰ ਵੇਖੋ ਮੋਢੇ ਤੇ ਕਈ ਰੱਖ ਕੇ ਤੇ ਭਾਈ ਧੰਨੇ ਦੀਆਂ ਵਟਾਂ ਮੋੜਦਾ ਰਿਹਾ, ਖੇਤ ਪਾਣੀ ਮੋੜਦਾ ਰਿਹਾ, ਗਾਈਆਂ ਚਰਾਉਂਦਾ ਰਿਹਾ। ਵੀ ਜਿਵੇਂ ਦਾਸ ਬੇਨਤੀ ਕਰੇ ਨਾ, ਉਹ ਉਸੇ ਤਰ੍ਹਾਂ ਦਾ ਹੀ ਬਣ ਕੇ ਉਹਦੀ ਇੱਛਾ ਪੂਰੀ ਕਰਦਾ, ਉਸੇ ਤਰ੍ਹਾਂ ਦੀ ਆਚਰਣ ਬਣਾ ਲੈਂਦਾ, ਆਪਦਾ ਕਰਤੱਵ ਕੌਤਬ ਕਰੈਕਟਰ ਚਰਿੱਤਰ ਬਣਾ ਲੈਂਦਾ ਹੈ। ਚਰਤਾ ਜਿਸ ਕੇ ਨਾਲ ਲਖੇ ਪਰ ਹੈ। ਹਾਂ, ਕਵੀ ਜੀ ਕਹਿੰਦੇ ਫਿਰ ਉਹ ਪਰਮੇਸ਼ਰ ਐਸਾ ਹੈ ਜਿਹਦੇ ਚਰਤਾ ਕੀ ਹੈ, ਕੌਤਕ ਜਿਹੜੇ ਨਾ ਕਰਤੱਵ ਨਾ ਲਖੇ ਪਰ ਹੈ, ਨਹੀਂ ਲਖੇ ਕਹੀਏ ਜਾਣੇ ਪਰ ਹੈ ਪੈਂਦੇ। ਪਰਮੇਸ਼ਰ ਦੇ ਕੌਤਕ ਜਾਣੇ ਨਹੀਂ ਜਾਂਦੀ, ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ, ਖਿਨ ਮਹਿ ਅਵਰ ਖਿਨੈ ਮਹਿ ਅਵਰਾ। ਇਹੋ ਜਿਹਾ ਪਰਮੇਸ਼ਰ ਅਕਾਲ ਪੁਰਖ ਹੈ। ਮਨ ਸ਼ੇਸ਼ ਗਿਰਾ ਕਹਿ ਆਛਰਤਾ। ਤੇ ਜਿੰਨੇ ਮੁਨੀ ਆ, 9 ਸਾਧ ਸੰਗ ਜੀ ਮੁਨੀ ਮੰਨੇ ਆ, ਸ਼ੇਸ਼ ਨਾਗ ਵਰਗੇ, ਗਿਰਾ ਬਾਣੀ ਕਹਿ ਕਹਿ ਕੇ ਅੱਕ ਗਏ ਥੱਕ ਗਏ, ਪਰ ਚਰਤਾ ਜਿਸਕੇ ਨਾ ਲਖੇ ਪਰ ਹੈ। ਪਰਮੇਸ਼ਰ ਦੇ ਸਾਧ ਸੰਗਤ ਜੀ ਕੌਤਕ ਜਿਹੜੇ ਲਖੇ ਨਹੀਂ ਜਾਂਦੇ। ਕੋਈ ਵੀ ਕਿੰਨੇ ਦੇਵੀ ਦੇਵਤੇ ਗਾਉਂਦੇ ਆ ਪਰਮੇਸ਼ਰ ਨੂੰ, ਸੰਸਾਰ ਗਾ ਰਹੇ ਆ, ਕੀ ਪਰਮੇਸ਼ਰ ਦੇ ਗੁਣ ਪੂਰੇ ਗਾਏ ਗਏ ਆ? ਨਹੀਂ ਗਾਏ ਗਏ, ਨਾ ਗਾਏ ਜਾ ਸਕਦੇ ਆ। ਕਿਉਂਕਿ ਆਛਰਤਾ ਉਹ ਛਲਣ ਤੋਂ ਰਹਿਤ ਹੈ, ਉਹ ਬੁੱਧੀ ਉਹਨੂੰ ਛਲ ਨਹੀਂ ਸਕਦੀ ਹੈ। ਜੇ ਆਖੀਏ ਨਾ ਵੀ ਮੇਰੀ ਬੁੱਧੀ ਨੇ ਪਰਮੇਸ਼ਰ ਨੂੰ ਜਾਣ ਲਿਆ, ਹਾਂਜੀ ਪਰਮੇਸ਼ਰ ਬਸ ਐਦਾਂ ਦਾ ਤੇ ਐਡਾ ਹੀ ਹੈ। ਸੁਣ ਵੱਡਾ ਆਖਿਆ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਸੁਣ ਕੇ ਕਹਿ ਰਹੇ ਬਈ ਵੱਡਾ ਹੈ ਵੱਡਾ ਹੈ ਵੱਡਾ, ਇਹ ਵੱਡ ਉੱਚਾ ਹੋਵੇ ਕੋਏ, ਤੇ ਸੂਚੇ ਕਉ ਜਾਣੈ ਸੋਏ। ਉਹਦੇ ਜਿੱਡਾ ਵੱਡਾ ਕੋਈ ਹੋਵੇ ਤੇ ਫੇਰ ਦੱਸੇ ਨਾ ਵੀ ਪਰਮੇਸ਼ਰ ਭਾਈ ਐਡਾ। ਤੁਸੀਂ ਕਿਹਦਾ ਪ੍ਰਮਾਣ ਦਿਆਂਗੇ ਆਪਾਂ ਪਰਮੇਸ਼ਰ ਨੂੰ ਵੀ ਪਰਮੇਸ਼ਰ ਐਡਾ ਵੱਡਾ? ਜਿੱਡਾ ਪਰਮੇਸ਼ਰ ਹੈ ਖਾਲਸਾ ਜੀ ਓਡੀ ਕੋਈ ਵਸਤੂ ਹੈ? ਜੇ ਆਪਾਂ ਕਹੀਏ ਵੀ ਪਰਮੇਸ਼ਰ, ਕੋਈ ਪੁੱਛੇ ਕਿੱਡਾ ਕੁ ਹੈ ਪਰਮੇਸ਼ਰ, ਤੇ ਆਪਾਂ ਕੀ ਦੱਸਾਂਗੇ? ਦੱਸ ਨਹੀਂ ਸਕਦੇ, ਕਿਉਂਕਿ ਪ੍ਰਮਾਣ ਕਿਹਦਾ ਦੇਵਾਂਗੇ ਵੀ ਐਸ ਵਸਤੂ ਜਿੱਡਾ ਭਾਈ ਪਰਮੇਸ਼ਰ, ਕਿਉਂਕਿ ਅਦੁੱਤੀ ਹੈ ਨਾ, ਉਹ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਇਸ ਕਰਕੇ ਉਹ ਬੁੱਧੀ ਦੇ ਛਲਣ ਤੋਂ ਰਹਿਤ ਹੈ। ਛਰਤਾ ਮਤ ਕੋ ਲਖ ਚਾਤੁਰਤਾ ਤਜ। ਸ਼ਰਤਾ ਮਤ ਕੋ ਲਖ ਚਾਤੁਰਤਾ ਤਜ।
ਕਵੀ ਜੀ ਕਹਿੰਦੇ ਹੇ ਮੇਰਿਆ ਮਨਾ, ਤੂੰ ਜਿਹੜੇ ਨਾ ਮਤ ਕੋ ਸ਼ਰਤਾ, ਭਾਵ ਵੀ ਜਿਹੜੀ ਚਾਤੁਰਤਾ ਚਲਾਕੀ ਤੂੰ ਛੱਡ ਦੇ। ਉਹ ਪਰਮੇਸ਼ਰ ਮਤ ਨੂੰ ਸ਼ਰਤਾ, ਤੇਰੀ ਮਤ ਨੂੰ ਵੀ ਛਲਣ ਵਾਲਾ ਹੈ। ਵੀ ਤੇਰੀ ਬੁੱਧੀ ਜੇ ਆਖੇ ਨਾ ਵੀ ਮੈਂ ਬਹੁਤ ਚਲਾਕ ਹਾਂ, ਮੈਂ ਆਪਦੀ ਬੁੱਧੀ ਦੇ ਨਾਲ ਪਰਮੇਸ਼ਰ ਪਾ ਲਵਾਂਗਾ, ਝੂਠ ਹੈ। ਉਹ ਤਾਂ ਸਾਰਿਆਂ ਦੀਆਂ ਬੁੱਧੀਆਂ ਨੂੰ ਛਲਣ ਵਾਲਾ ਹੈ। ਬਲਰਾਜੇ ਨੂੰ ਨਹੀਂ ਛਲਿਆ ਪਰਮੇਸ਼ਰ ਨੇ 52 ਰੂਪ ਬਹਾਨੇ। ਤੋ ਇਸ ਤਰ੍ਹਾਂ ਉਹ ਸਾਰਿਆਂ ਕਹਿੰਦੇ ਕਹਾਉਂਦਿਆਂ ਦੀ ਬੁੱਧੀ ਨੂੰ ਮਤ ਕੋ ਸ਼ਰਤਾ ਸ਼ਰਨ ਵਾਲਾ ਹੈ। ਤੇ ਜੇ ਇਹਨੂੰ ਲੱਖ ਜਾਣਨਾ ਹੈ ਨਾ ਤੇ ਚਾਤੁਰਤਾ ਤਜ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰਘੁਰਾਇਆ। ਚਤੁਰਾਈ ਨਾ ਚਤੁਰਭੁਜ ਪਾਈ ਹੈ। ਚਤੁਰਾਈ ਨਾਲ ਸਾਧ ਸੰਗਤ ਦੀ ਕਵੀ ਜੀ ਕਹਿੰਦੇ ਉਹ ਪਰਮੇਸ਼ਰ ਨਹੀਂ ਮਿਲਦਾ। ਇਸ ਲਈ ਜੇ ਉਹਨੂੰ ਲੱਖ ਜਾਣਨਾ ਹੈ ਨਾ, ਉਹ ਸਾਰਿਆਂ ਦੀਆਂ ਮੱਤਾਂ ਨੂੰ ਛੜਨ ਵਾਲਾ ਹੈ, ਬੁੱਧੀ ਨੂੰ, ਬੁੱਧੀਆਂ ਤੋਂ ਉੱਪਰ ਹੈ। ਚਾਤੁਰਤਾ ਤਜ, ਜੇ ਜਾਣਨਾ ਹੈ ਤੇ ਚਲਾਕੀਆਂ ਚੁਸਤੀਆਂ ਛੱਡ ਦੇ। ਆਤੁਰ ਤਾਗੈ ਹੈ ਸੰਕਰਤਾ। ਤੋ ਇਸ ਤਰ੍ਹਾਂ ਉਹ ਪਰਮੇਸ਼ਰ ਇਹੋ ਜਿਹਾ ਭਾਈ। ਫਿਰ ਕਵੀ ਜੀ ਅੱਗੇ ਕਹਿੰਦੇ ਆ ਭਾਈ ਚਤੁਰਾਈ ਛੱਡ ਕੇ ਫਿਰ ਭਾਈ ਕਵੀ ਜੀ ਕਹਿੰਦੇ ਆ ਕਿ ਨਿਮਰਤਾ ਧਾਰਨ ਕਰ। ਆਤੁਰ ਤਾਗਹਿ ਨਿਮਰਤਾ, ਗਰੀਬੀ ਭਾਵ। ਤੋ ਇਹ ਰੱਖ ਗਰੀਬੀ ਵੇਸ, ਇਹ ਜਿਹੜਾ ਆਚਰਣ ਧਾਰਨ ਕਰ। ਫਿਰ ਕੀ ਹੋਵੇਗਾ? ਸੰਗ ਭਲੀ ਪ੍ਰਕਾਰ ਕਰਤਾ ਕਹੀਓ ਮੁਕਤੀ ਕਰ ਦੇਵੇਗਾ ਤੇਰੀ। ਕਰਤਾ ਨਾਮ ਇੱਥੇ ਕਲਿਆਣ ਦਾ ਹੈ। ਤੋ ਤੇਰੀ ਕਲਿਆਣ ਕਰ ਦੇਵੇਗਾ ਭਲੀ ਪ੍ਰਕਾਰ ਉਹ ਪਰਮੇਸ਼ਰ। ਸੰਗ ਭਲੀ ਪ੍ਰਕਾਰ ਕਲਿਆਣ ਕਰਨ ਵਾਲਾ ਹੈ। ਕਬਿਤ ਮਿਟ ਕੈ ਵਿਕਾਰਨ ਤੇ ਸ਼ਰਨ ਪੁਰੀ ਜਨਿਤ। ਤੋ ਅੱਗੇ ਕਵੀ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਮੰਗਲ ਕਰਦੇ ਐ। ਮੇਟ ਕੈ ਵਿਕਾਰਨ ਤੇ ਸ਼ਰਨ ਪੁਰੀਜਾ ਨਿਤ। ਆਪਦੀ ਜਿਹੜੀ ਬੁੱਧੀ ਹੈ ਨਾ, ਆਪਦੀ ਬਿਰਤੀ ਹੈ ਮੇਰਿਆ ਮਨਾ, ਉਹ ਵਿਕਾਰਾਂ ਤੋਂ ਮੇਟ ਲੈ। ਵਿਕਾਰਾਂ ਵਾਲੇ ਪਾਸੋਂ ਮਿਟਣਾ ਭਾਵ ਮੋੜਨਾ। ਬੁੱਧੀ ਦਾ ਵਹਿਣ ਜਿਹੜਾ ਨਾ ਬਿਰਤੀ ਦਾ, ਉਹਨੂੰ ਵਿਕਾਰਾਂ ਵਾਲੇ ਪਾਸਿਓਂ ਮੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸ਼ਰਨ ਵਿੱਚ ਪੈਣਾ ਕਰ। ਨਾਮ ਕੇ ਉਚਾਰਨ ਤੇ ਮੋਹ ਜਾਤ ਘਟ ਕੈ। ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਹੀ ਉਚਾਰੀਏ ਨਾ, ਨਾਮ ਹੀ ਕਹਿ ਦਈਏ ਧੰਨ 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 ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੂੰ ਹੀ ਨਿਰੰਕਾਰ ਹੈ, ਇੰਨੇ ਕਹਿਣ ਦੇ ਵਿੱਚ ਹੀ ਮੋਹ ਜਾਤ ਘਟ ਕੈ, ਮੋਹ ਨਾਸ਼ ਹੋ ਜਾਂਦਾ। ਕਿਉਂਕਿ ਸਾਧ ਸੰਗਤ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲਈਏ, ਸਤਿਗੁਰਾਂ ਦਾ ਜੀਵਨ ਪੜ੍ਹੀਏ, ਉੱਥੇ ਫਿਰ ਪਤਾ ਲੱਗਦਾ ਨਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਰਾਈ ਦੇ ਦਾਣੇ ਮਾਤਰ ਵੀ ਮੋਹ ਨਹੀਂ ਕੀਤਾ। ਤੋ ਪਰਿਵਾਰ ਵੀ ਜਿਹੜਾ ਆਪੇ ਹੀ ਪਲਦਾ ਫਿਰਿਆ। ਤੇ ਗਰੀਬ ਨਵਾਜ ਨੇ ਜੀਵਾਂ ਦੀ ਕਲਿਆਣ ਹਿੱਤ ਸਮੇਰ ਪਰਬਤ ਵਰਗਿਆਂ ਵੱਡੇ ਪਹਾੜਾਂ ਵਿੱਚ ਤੱਕ ਜਾ ਕੇ ਸਾਧ ਸੰਗਤ ਜੀ ਬਾਬੇ ਤਾਰੇ ਚਾਲ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ। ਕਿੱਥੇ ਕਿੱਥੇ ਗਰੀਬ ਨਵਾਜ ਨੇ ਜੀਵਾਂ ਨੂੰ ਸੁੱਖ ਦੇਣ ਦੀ ਖਾਤਰ ਸਤਿਗੁਰਾਂ ਨੇ ਨਾਮ ਦਾ ਦਾਨ ਨਹੀਂ ਬਖਸ਼ਿਸ਼ ਕੀਤਾ। ਇਹੋ ਜਿਹੇ ਸਤਿਗੁਰਾਂ ਦਾ ਕਿਤੇ ਨਾਮ ਹੀ ਉਚਾਰ ਲੈ ਨਾ ਮਣਾ, ਤੇ ਤੇਰਾ ਜਿਹੜਾ ਮੋਹ ਦੇ ਕਿੱਲੇ ਨਾਲ ਤੂੰ ਬੱਝਾ ਹੋਇਆ ਨਾ ਵੀ ਮੈਂ ਹੀ ਪਾਲਣ ਪੋਸ਼ਣ ਕਰਦਾ ਤੇ ਮੈਂ ਹੀ ਸਾਰਾ ਕੁਝ ਕਰ ਸਕਦਾ, ਮੇਰੇ ਤੋਂ ਬਿਨਾਂ ਕੁਝ ਹੋ ਨਹੀਂ ਸਕਦਾ, ਜਿਸ ਕਰਕੇ ਤੂੰ ਪਰਮਾਰਥ ਦੇ ਰਸਤੇ ਤੋਂ ਮੁਨਕਰ ਹੋਇਆ। ਜੇ ਕਿਤੇ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਮਣਾ ਨਾਮ ਉਚਾਰਨ ਕਰੇ ਤੇ ਤੇਰਾ ਵੀ ਮੋਹ ਘਟ ਜਾਵੇਗਾ। ਘਟ ਕੈ ਮਝਾਰ ਧਿਆਨ ਧਾਰਨ ਤੇ ਪਾਰ ਹੋਏ। ਹਾਂਜੀ, ਫਿਰ ਕਵੀ ਜੀ ਕਹਿੰਦੇ ਜੇ ਘਾਟ ਕੈ ਮਝਾਰ, ਘਾਟ ਨਾਮ ਫਿਰ ਇੱਥੇ ਰਿਦੇ ਦਾ ਹੈ। ਰਿਦੇ ਦੇ ਅੰਦਰ ਜੇ ਤੂੰ ਧਿਆਨ ਧਾਰੇ ਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ, ਫਿਰ ਕੀ, ਫਿਰ ਮੋਹ ਦੇ ਬੰਧਨਾਂ ਤੋਂ ਪਾਰ ਹੋਏ। ਤੂੰ ਪਾਰ ਹੋ ਜਾਵੇਂਗਾ, ਇਸ ਮੋਹ ਦੇ ਫੰਧਣ ਤੇਰੇ ਕੱਟੇ ਜਾਵਣਗੇ। ਮਨ ਟਿਕ ਜਾਏ ਵਿਸ਼ਿਆਣ ਤੇ ਉਲਟ ਕੈ। ਤੇ ਮਨ ਜਿਹੜਾ ਫਿਰ ਵਿਸ਼ਿਆਂ ਤੋਂ ਉਲਟ ਕੇ ਟਿਕ ਜਾਏ। ਮਨ ਵਿਸ਼ਿਆਂ ਤੋਂ ਉਲਟ ਜਾਵੇਗਾ, ਵਿਸ਼ਿਆਂ ਤੋਂ ਵਿਰਾਗੀ ਹੋ ਜਾਵੇਗਾ ਤੇ ਉਲਟ ਕੇ ਫਿਰ ਕੀ ਹੋਵੇਗਾ? ਟਿਕ ਜਾਏਗਾ। ਫਿਰ ਮਨ ਨਹੀਂ ਤੇਰਾ ਨਾਸਣ ਭਾਜਣ ਥਾਕਾ, ਰਹਿ ਜਾਏਗਾ ਮਨ। ਤੇਰੀ ਬਿਰਤੀ ਜਿਹੜੀ ਵੈ ਵਿਸ਼ੈਣੀ ਜਿਹੜੀ ਬਿਰਤੀ ਉਹ ਵਿਸ਼ੇ ਵਿਸ਼ੈਣੀ ਮਰ ਜਾਏਗੀ, ਆਤਮ ਵਿਸ਼ੈਣੀ ਉਤਪੰਨ ਹੋ ਜਾਏਗੀ। ਮਨ ਤੇਰਾ ਟਿਕ ਜਾਏਗਾ ਜਿਹਦੇ ਵਿੱਚ ਸਾਰੇ ਸੁੱਖ ਹੈ। ਸੁੱਖ ਨਾਮ ਮਨ ਕੀ ਇਕਾਗਰਤਾ ਕੋ ਜਾਨੀ ਹੈ ਵਿਚਾਰ ਸਾਗਰ ਅੰਦਰ। ਤੋ ਸੁੱਖ ਕੀ ਹੈ ਸਾਧ ਸੰਗ ਦੀ? ਮਨ ਦੀ ਇਕਾਗਰਤਾ ਹੀ ਸੁੱਖ ਹੈ। ਮਨ ਦੀ ਇਕਾਗਰਤਾ ਤੋਂ ਬਿਨਾਂ ਕੋਈ ਸੁੱਖ ਨਹੀਂ। ਮਨ ਟਿਕੇਗਾ ਕਿਵੇਂ? ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਹਿਰਦੇ ਵਿੱਚ ਧਾਰਨ ਕਰ, ਤੇਰਾ ਮਨ ਟਿਕ ਜਾਏਗਾ, ਵਿਸ਼ਿਆਂ ਤੋਂ ਮੁੜ ਪਵੇਗਾ। ਲਟਕੈ ਨਾ ਸਿਰ ਤਰਵਾਇਓ ਹੈ ਗਰਭ ਬੀਚ। ਤੋ ਫਿਰ ਕਵੀ ਜੀ ਕਹਿੰਦੇ ਹੋਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਮ ਜਪਣ ਦਾ ਬੜਾ ਵੱਡਾ ਲਾਹਾ ਹੈ ਭਾਈ। ਉਹ ਲਾਹਾ ਇਹ ਹੈ ਵੀ ਲਟਕੈ ਨਾ ਸਿਰ ਤਰਵਾਇਓ। ਸਿਰ
ਤਰਵਾਇਓ ਸਾਧ ਸੰਗ ਜੀ, ਤਰ ਨਾਮ ਹੇਠਾਂ ਦਾ ਹੈ, ਵਾਇਓ ਵਾਇਓ ਕਹਿੰਦੇ ਨਾ, ਵਾਇਆ ਜਿਹੜਾ ਰਸਤਾ ਹੈ, ਤਰ ਹੇਠਾਂ ਦਾ ਵਾਇਓ ਵਾਂਗੂ, ਜਾਂ ਹੇਠਾਂ ਤਰਵਾਇਓ, ਹੇਠਲੇ ਵਾਇਓ ਪਾਸੇ। ਜਿਹੜਾ ਸਿਰ ਹੈ ਨਾ ਉਹ ਤੇਰਾ ਤਰ ਹੇਠਾਂ ਦੇ ਵਾਇਓ ਵਾਲੇ ਪਾਸੇ ਜਿਹੜਾ ਨਾ ਉਹ ਨਹੀਂ ਹੋਵੇਗਾ, ਨਾ ਲਟਕੈ ਭਾਵ ਗਰਭ ਬੀਜ। ਕਵੀ ਜੀ ਕਹਿੰਦੇ ਜੂਨੀਆਂ ਵਿੱਚ ਨਹੀਂ ਪਏਗਾ ਭਾਈ, ਸਿਰ ਜਿਹੜਾ ਤੇਰਾ ਨਾ ਮਾਂ ਦੇ ਗਰਭ ਅੰਦਰ, ਫਿਰ ਤੂੰ ਉਲਟਾ ਨਹੀਂ ਲਟਕੇਗਾ। ਤਰਵਾਇਓ ਨਾਮ ਸਾਧ ਸੰਗ ਜੀ ਉਲਟੇ ਦਾ, ਤਰ ਹੇਠਾਂ ਦਾ, ਵਾਇਓ ਪਾਸੇ ਦਾ, ਹੇਠਾਂ ਵਾਲੇ ਪਾਸੇ ਤੇਰਾ ਸਿਰ ਨਹੀਂ ਲਪਕੇਗਾ ਮਾਤਾ ਦੇ ਗਰਭ ਅੰਦਰ, ਭਾਵ ਤੈਨੂੰ ਜੂਨੀਆਂ ਵਿੱਚ ਨਹੀਂ ਭਟਕਣਾ ਪਵੇਗਾ। ਪਰਿਓ ਬਾਸ ਸਦਾ ਬਹੁ ਬੰਧਨ ਬਿਕਟ ਕੈ। ਤੇ ਸਦਾ ਵਾਸਤੇ ਜਿਹੜਾ ਤੂੰ ਬੰਧਨਾਂ ਦੇ ਵਸ ਵਿੱਚ ਪਿਆ ਹੋਇਆ ਨਾ, ਜਾਂ ਪੈ ਜਾਵੇਂਗਾ, ਜਨਮ ਮਰਨ ਦੀ ਜੇ ਖੇਡ ਗਲ ਵਿੱਚ ਪੈ ਗਈ। ਇਸ ਕਰਕੇ ਨਾਮ ਜਪ, ਗੁਰੂ ਨਾਨਕ ਪਾਤਸ਼ਾਹ ਨੂੰ ਧਿਆਨ ਵਿੱਚ ਧਰ, ਵਿਸ਼ੇਸ਼ ਕਰਕੇ ਕੱਟ ਕੇ ਰੱਖ ਦੇਣਗੇ ਤੇਰੇ ਸਾਰੇ ਬੰਧਨ, ਜਿਨ੍ਹਾਂ ਵਿੱਚ ਤੂੰ ਸਦਾ ਵਾਸਤੇ ਫਸਿਆ ਹੋਇਆ ਹੈ। ਕਟ ਕੈ ਸੋ ਦੇਹ ਮੋਖ ਐਸੇ ਗੁਰੂ ਨਾਨਕ ਜੀ। ਤੋ ਸੱਚੇ ਪਾਤਸ਼ਾਹ ਜੀ ਇਹੋ ਜਿਹੇ ਆ, ਧੰਨ ਗੁਰੂ ਨਾਨਕ ਜੀ। ਕਵੀ ਜੀ ਕਹਿੰਦੇ ਐਸੇ ਗੁਰੂ ਨਾਨਕ ਜੀ, ਗੁਰੂ ਨਾਨਕ ਪਾਤਸ਼ਾਹ ਤਾਂ ਭਾਈ ਐਸੇ ਐ, ਮੁਕਤੀ ਨੂੰ ਦਿੰਦੇ ਐ। ਕੱਟ ਕੈ ਸੋ ਦੇਹ ਮੋਖ, ਮੋਹ ਦੀ ਫਾਹੀ ਕੱਟ ਦਿੰਦੇ ਆ, ਜਨਮ ਮਰਨ ਦੀ ਫਾਹੀ ਕੱਟ ਦਿੰਦੇ ਆ, ਦੇਹ ਮੋਖ ਮੁਕਤੀ ਦਿੰਦੇ ਆ ਸੱਚੇ ਪਾਤਸ਼ਾਹ। ਇਹੋ ਜਿਹੇ ਹਨ ਮੇਰੇ ਬਾਬਾ ਨਾਨਕ ਗੁਰੂ ਗਰੀਬ ਨਵਾਜ ਜੀ। ਬੰਦ ਹਾਂ ਪਦਾਰ ਬਿੰਦ ਇੰਦਰਨ ਸਮੇਟ ਕੈ। ਤੋ ਕਵੀ ਜੀ ਕਹਿੰਦੇ ਅਸੀਂ ਬੰਦ ਹਾਂ, ਅਸੀਂ ਬੰਦਨਾ ਭਾਈ ਸਾਡੀ। ਆਓ ਅਸੀਂ ਬੰਦ ਕੀ ਨਮਸਕਾਰ ਕਰਦੇ ਆਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਚਰਨ ਕਮਲਾਂ ਤੇ। ਇੰਦਰਨ ਸਮੇਟ ਕੈ, ਆਪਦੇ ਇੰਦਰੀਆਂ ਨੂੰ ਸੰਕੋਚ ਕੇ, ਮਨ ਨੂੰ ਇਕਾਗਰ ਕਰਕੇ ਸੱਚੇ ਪਾਤਸ਼ਾਹ ਨੂੰ ਸੰਕੋਚਣਾ ਕੀ ਖਾਲਸਾ ਜੀ, ਹੁਣ ਹੱਥ ਕਿਵੇਂ ਸੰਕੋਚੀਏ? ਇਸ ਤਰ੍ਹਾਂ ਭਾਵ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਹੱਥ ਜੋੜ ਕੇ, ਮਨ ਨੂੰ ਸੰਕੋਚ ਕੇ, ਬਾਹਰੀ ਇੰਦਰੀਆਂ ਨੂੰ ਸੰਕੋਚ ਕੇ, ਚਿੱਤ ਬਿਰਤੀ ਇਕਾਗਰ ਕਰਕੇ ਸਾਡੀ ਬੰਦਨਾ ਹੈ ਭਾਈ। ਲੱਖ ਵਾਰੀ ਸਤਿਗੁਰਾਂ ਨੂੰ ਨਮਸਕਾਰ ਹੈ। ਦੋਹਰਾ ਸੁਨਤ ਸਿੰਘ ਗੁਰ ਕਥਾ ਕੋ। ਤੋ ਅੱਗੇ ਕਵੀ ਜੀ ਸਾਧ ਸੰਗ ਜੀਓ ਕਥਾ ਦੱਸ ਰਹੇ ਹੈ। ਕੁਝ ਮੰਗਲਾਂ ਦੀ ਕਥਾ ਅੱਜ ਹੋਈ, ਕੁਝ ਕੱਲ੍ਹ ਨੂੰ, ਕੁਝ ਪਰਸੋਂ। ਬਸ 13 ਮੰਗਲ ਹੈ, ਨਾਲ ਨਾਲ ਮੰਗਲਾਂ ਦੀ ਕਥਾ ਸ਼ਰਵਣ ਕਰਾਂਗੇ। ਕਵੀ ਸੰਤੋਖ ਸਿੰਘ ਜੀ ਫਿਰ ਲਿਖਦੇ ਆ, ਸੁਨਤ ਸਿੰਘ ਗੁਰ ਕਥਾ ਕੋ। ਜਿਹੜੇ ਸਿੰਘ ਸਾਧ ਸੰਗਤ ਜੀ ਆਏ ਹੋਏ ਸੀ ਨਾ ਨੰਦੇੜ ਸਾਹਿਬ ਤੋਂ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸੱਚਖੰਡ ਜਾਣ ਤੋਂ ਬਾਅਦ ਜਿਹੜੇ ਲੜੀਵਾਰ ਕਥਾ ਸੁਣਦੇ ਨੇ, ਇਸ ਕਰਕੇ ਵਾਰ-ਵਾਰ ਬੇਨਤੀ ਕਰੀਦੀ ਹੈ ਵੀ ਇਹ ਕਥਾ ਇਹੋ ਜਿਹੀ ਸਾਧ ਸੰਗਤ ਜੀ ਲੜੀਵਾਰ, ਜਦੋਂ ਇੱਕ ਵਾਰੀ ਲੜੀ ਵਿੱਚੋਂ ਛੁੱਟ ਜਾਵੇ ਨਾ ਸੁਣੀਏ ਫਿਰ ਉਹ ਆਨੰਦ ਨਹੀਂ ਵੱਜਦਾ, ਕਿਉਂਕਿ ਪਤਾ ਨਹੀਂ ਲੱਗਦਾ ਵੀ ਉਹ ਗੱਲ ਕਿੱਥੋਂ ਸ਼ੁਰੂ ਹੋਈ ਸੀ ਤੇ ਕਿੱਥੇ ਪਹੁੰਚ ਰਹੀ ਹੈ। ਤੋ ਆਪਦੀ ਥੋੜ੍ਹੀ ਗਿਆਤ ਵਾਸਤੇ ਦਸੀਏ ਵੀ 13 ਸਿੰਘ ਜਿਹੜੇ ਵਿਰਾਗੀ ਹੋਏ ਆ ਗਏ ਸੀ ਨੰਦੇੜ ਸਾਹਿਬ ਤੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸੱਚਖੰਡ ਜਾਣ ਬਾਅਦ। ਤੇ ਬਾਬਾ ਰਾਮ ਕੌਰ ਜੀ ਇੱਥੇ ਰਮਦਾਸ ਇੱਥੇ ਵਿਰਾਜਦੇ ਸਨ ਉਹਨਾਂ ਸਮਿਆਂ ਵਿੱਚ, ਤੇ ਉਹਨਾਂ ਤੋਂ ਕਥਾ ਕਹਿੰਦੇ ਸੀ ਸਾਨੂੰ ਸੁਣਾਓ ਸਾਰੀ। 10ਵੇਂ ਪਾਤਸ਼ਾਹ ਦਾ ਇਤਿਹਾਸ ਕੁਛ ਸੁਣਾਇਆ, ਫਿਰ ਕਹਿੰਦੇ ਜੀ ਮੁੱਢ ਤੋਂ ਸਾਰੀ ਸੁਣਾ ਦਿਓ। ਤੇ ਬੜੀ ਬਿਰਤੀ ਦੇ ਮਾਲਕ ਸਨ ਬਾਬਾ ਰਾਮ ਕੌਰ ਜੀ। ਗੁਰੂ ਅੰਗਦ ਪਾਤਸ਼ਾਹ ਤੋਂ ਲੈ ਕੇ ਸਾਰੀ ਕਥਾ ਸੁਣਾ ਦਿੱਤੀ। ਉਸੇ ਉਲੱਥੇ ਨੂੰ ਹੀ ਕਵੀ ਜੀਆਂ ਛੰਦਾਬੰਦੀ 'ਚ ਲਿਖਿਆ। ਇਸ ਕਰਕੇ ਸਾਰੀ ਕਥਾ ਧੰਨ ਬਾਬਾ ਰਾਮ ਕੌਰ ਜੀ ਦੇ ਮੂੰਹੋਂ ਕਹਾ ਰਹੇ ਕਵੀ ਜੀ। ਜਦੋਂ ਉਹਨਾਂ 13 ਸਿੰਘਾਂ ਨੇ ਫਿਰ ਕਥਾ ਸੁਣੀ ਨਾ ਸਰੋਵਰ ਬਣਨ ਦੀ ਸਾਰੀ, ਅੰਮ੍ਰਿਤਸਰ ਸਾਹਿਬ ਦੀ, ਤੇ ਬਾਬਾ ਬੁੱਢਾ ਸਾਹਿਬ ਨੇ ਸਾਖੀ ਸੁਣਾਉਣੀ ਸਿੱਖਾਂ ਨੂੰ ਹੰਕਾਰ ਨਿਵਰਤੀ ਵਾਸਤੇ ਗੁਰੂ ਨਾਨਕ ਪਾਤਸ਼ਾਹ ਦੀ ਪਰਖ ਦੀ, ਉਹ ਸਾਰੀ ਕਥਾ ਸਿੰਘਾਂ ਨੇ ਸੁਣੀ ਹੈ। ਪ੍ਰੇਮ ਸਾਥ ਪੁਲਕਾਤ। ਤੇ ਬੜੇ ਪ੍ਰੇਮ ਦੇ ਨਾਲ ਕਥਾ ਸੁਣ ਕੇ ਪੁਲਕਾਵਲੀ ਆ ਗਈ, ਲੂ ਕੰਡੇ ਖੜੇ ਹੋ ਗਏ ਹਨ। ਪੀਵਤ ਅੰਮ੍ਰਿਤ ਤ੍ਰਿਪਤ ਨਹਿ। ਇਹ ਕਥਾ ਰੂਪੀ ਅੰਮ੍ਰਿਤ ਇਹੋ ਜਿਹਾ ਹੈ ਜਿਹੜੇ ਪੀ ਕੇ ਰੱਜ ਨਹੀਂ ਆਉਂਦਾ, ਇਹ ਸਿੰਘਾਂ ਨੂੰ ਰੱਜ ਨਹੀਂ ਆ ਰਿਹਾ ਹੈ। ਰਚ ਚੌਗਣ ਉਪਜਾਤ। ਤੇ ਉਲਟਾ ਚੌਗਣੀ ਰੁਚੀ ਪੈਦਾ ਹੋ ਰਹੀ ਵੀ ਹੋਰ ਸੁਣਾਓ। ਵੀ ਪਹਿਲਾਂ ਜਿਹੜੀ ਕਥਾ ਸੁਣਨ ਰੂਪੀ ਪੀ ਲਈ ਨਾ, ਛਕ ਲਈ ਖਾਲਸਾ ਜੀ ਕਥਾ ਰੂਪੀ ਅੰਮ੍ਰਿਤ, ਇਹ ਸੁਣ ਕੇ ਫਿਰ ਰੱਜ ਥੋੜਾ ਆਇਆ। ਕਹਿੰਦੇ ਭਾਈ ਚੌਗਣੀ ਇੱਛਾ ਹੋਰ ਤੀਬਰ ਹੋ ਗਈ ਵੀ ਹੋਰ ਕਥਾ ਸੁਣੀਏ। ਇਸ ਤਰ੍ਹਾਂ ਚੌਗਣੀ ਇੱਛਾ ਪੈਦਾ ਹੋ ਰਹੀ ਹੈ। ਚੌਪਈ ਭਾਈ ਰਾਮ ਕੋਇਰ ਮੁਖ ਚੰਦ। ਇਧਰ ਧੰਨ ਧੰਨ ਭਾਈ ਬਾਬਾ ਰਾਮ ਕੋਇਰ ਸਾਹਿਬ ਜੀ, ਜਿਨ੍ਹਾਂ ਦਾ ਮੁਖ ਚੰਦਰਮਾ ਸਦਰਸ ਹੈ। ਨਿਕਸਤ ਤਿਸ ਤੇ ਸੁਧਾ ਮਨਿੰਦ। ਤੇ ਜਿਹੜੀ ਕਥਾ ਹੈ ਉਹ ਮਾਨੋ ਵੀ ਅੰਮ੍ਰਿਤ, ਜਿਵੇਂ ਚੰਦਰਮਾ ਚੋਂ ਆ ਮਿੱਠਾ ਅੰਮ੍ਰਿਤ ਨਿਕਲਦਾ ਨਾ ਮਣੀਆਂ ਤੇ ਰਿਸਦਾ ਜਿਹੜਾ,
ਧੰਨ ਭਾਈ ਸਾਹਿਬ ਭਾਈ ਰਾਮ ਕੌਰ ਜੀ ਮੁਖ ਚੰਦ ਵਰਗਾ ਹੈ, ਤੇ ਕਹੋ ਜਿਵੇਂ ਚੰਦਰਮਾ ਚੋਂ ਅੰਮ੍ਰਿਤ ਡੁੱਲਦਾ ਹੈ, ਇਹਨਾਂ ਦੇ ਮੁਖੋਂ ਕਥਾ ਰੂਪੀ ਅੰਮ੍ਰਿਤ ਡੁੱਲ ਰਿਹਾ ਹੈ। ਜਿਸ ਮਹਿ ਸਤਿਗੁਣ ਕੋ ਸਮੁਦਾਏ। ਤੇ ਜਿਵੇਂ ਅੰਮ੍ਰਿਤ ਵਿੱਚ ਬੜੇ ਗੁਣ ਹੈ, ਭਾਈ ਰਾਮ ਕੌਰ ਜੀਆਂ ਦੇ ਮੁਖੋਂ ਨਿਕਲੀ ਹੋਈ ਕਥਾ ਰੂਪ ਅੰਮ੍ਰਿਤ ਵਿੱਚ ਦੈਵੀ ਸੰਪਦਾ ਰੂਪੀ ਬੜੇ ਗੁਣ ਹਨ। ਸਤ ਸੰਤੋਖ ਦਇਆ ਧਰਮ ਵਿਚਾਰ ਸੇਵਾ ਸਿਮਰਨ ਜਤ ਸਤ ਖਿਮਾ ਅਹਿੰਸਾ ਦਇਆ ਮਿਰਦ ਸਤ ਬਚਨ ਤਪ ਦਾਨ ਸੀਲ ਸੌਜ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਣ। ਇਹੋ ਜਿਹੇ 7 ਗੁਣ ਜਿਹੜੇ ਆ ਇਹ ਬਾਬਾ ਜੀਆਂ ਦੇ ਮੁਖੋਂ ਕਥਾ ਵਿੱਚੋਂ ਝਲਕਦੇ ਆ, ਸਿੱਖਣ ਨੂੰ ਮਿਲਦੇ ਆ। ਧਰ ਹਿਰਦੇ ਜਮ ਭੇਟ ਨ ਪਾਏ। ਜਿਹੜੇ ਹਿਰਦੇ ਵਿੱਚ ਕਥਾ ਵਸਾ ਲੈਣ ਉਹਨਾਂ ਨੂੰ ਜਮ ਦਾ ਮੱਥਾ ਨਹੀਂ ਵੇਖਣਾ ਪਵੇਗਾ, ਜਮ ਦੇ ਮੂਹਰੇ ਭਾਵ ਮੱਥੇ ਨਹੀਂ ਲੱਗਣਾ ਪਵੇਗਾ, ਜਮ ਨਹੀਂ ਦਿਸਣਗੇ। ਕਹਿਤ ਸੁਣਤ ਜਿਸ ਅਨਕ ਮਹਾਤਮ। ਜਿਹਨੂੰ ਕਥਾ ਨੂੰ ਸੁਣਨ ਦਾ ਮਹਾਤਮ ਬੜਾ, ਕਥਾ ਸੁਣਾਉਣ ਦਾ ਬੜਾ ਭਾਰੀ ਮਹਾਤਮ ਹੈ। ਕਿਆ ਤਿਨ ਮਹਿਮਾ ਧਰੈ ਜੋ ਆਤਮ। ਕੀ ਮਹਿਮਾ ਉਹਨਾਂ ਦੀ ਕਹਿਣੀ ਜਿਨ੍ਹਾਂ ਨੇ ਅੰਦਰ ਵਸਾ ਲਈ ਕਥਾ। ਕਥਾ ਸੁਣਨ ਦਾ ਬੜਾ ਮਹਾਤਮ ਹੈ, ਕਥਾ ਕਹਿਣ ਦਾ ਬੜਾ, ਸੁਣਾਉਣ ਦਾ ਬੜਾ ਮਹਾਤਮ ਹੈ। ਪਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਨ੍ਹਾਂ ਨੇ ਕਥਾ ਕਿਤੇ ਹਿਰਦੇ ਵਿੱਚ ਵਸਾ ਲਈ ਨਾ, ਉਹਨਾਂ ਦੀ ਕਿਣਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਜਾਵੇ। ਉਹਦੀ ਮਹਿਮਾ ਗਿਣੀ ਨਹੀਂ ਜਾਂਦੀ ਕਿੱਡੀ ਹੋਵੇਗੀ। ਉਪਜਹਿ ਦਿਨ ਪ੍ਰਤ ਚਾਉ ਕਨੇਰਾ। ਤੇ ਸੁਣਨ ਵਾਲਿਆਂ ਦੇ ਮਨ ਵਿੱਚ ਕਥਾ ਸੁਣ ਸੁਣ ਕੇ ਹੋਰ ਕਥਾ ਸੁਣਨ ਦਾ ਚਾਉ ਪੈਦਾ ਹੋ ਰਿਹਾ ਹੈ। ਇੱਕ ਮਨ ਹੋਏ ਸੁਨਹਿ ਕਰ ਘੇਰਾ। ਤੇ ਬਾਬਾ ਰਾਮ ਕੌਰ ਜੀ ਨੂੰ ਘੇਰਾ ਪਾ ਕੇ ਸਿੱਖ ਸੰਗਤਾਂ ਬੈਠੀਆਂ ਹੋਈਆਂ ਇੱਕ ਮਨ ਹੋ ਕਰਕੇ ਕਥਾ ਸੁਣ ਰਹੀਆਂ ਹਨ। ਰਾਮ ਕੌਰ ਗਿਰਵਰ ਕੇ ਸਮਸਰ। ਧੰਨ ਬਾਬਾ ਰਾਮ ਕੌਰ ਜੀ ਤਾਂ ਸ਼੍ਰੇਸ਼ਟ ਪਹਾੜ ਦੇ ਵਰਗੇ ਆ। ਕਥਾ ਜੋ ਉਪਜੀ ਸਰਤਾ ਸੁਖ ਕਰ। ਤੇ ਜਦੋਂ ਸਾਧ ਸੰਗਤ ਇੱਧਰ ਜਾਈਏ ਨਾ ਹਿਮਾਚਲ ਵੱਲੇ ਤੇ ਜਾਂ ਹੇਮਕੁੰਟ ਸਾਹਿਬ ਵੱਲੇ, ਉੱਥੇ ਪਹਾੜਾਂ ਦੇ ਉੱਤੋਂ ਚਿੱਟੀਆਂ ਨਦੀਆਂ ਉਤੋਂ ਡਿੱਗਦੀਆਂ ਝਰਨਿਆਂ ਰੂਪ ਹੋ ਕੇ। ਬਾਬਾ ਰਾਮ ਕੌਰ ਜੀ ਮਾਨੋ ਪਹਾੜ ਵਰਗੇ ਆ, ਤੇ ਜਿਹੜੀ ਕਥਾ ਆ ਜਿਵੇਂ ਪਹਾੜ ਚੋਂ ਝਰਨਾ ਨਿਕਲਦਾ ਡੁੱਲਦਾ ਹੇਠਾਂ ਨਦੀ ਰੂਪ ਵਹਿੰਦਾ ਹੈ। ਗੁਰ ਜਸ ਉਜਲ ਜਲ ਭਰਪੂਰਾ। ਤੇ ਬੜਾ ਸੁਖੀ ਕਰਨ ਵਾਲੀ ਇਹ ਕਥਾ ਬਾਬਾ ਰਾਮ ਕੌਰ ਜੀ ਦੇ ਮੂੰਹੋਂ ਨਦੀ ਰੂਪ ਹੋ ਕੇ ਜਾਂ ਨਦੀ ਕਥਾ ਰੂਪ ਹੋ ਕੇ ਨਿਕਲਦੀ ਹੈ। ਗੁਰ ਜਸ ਉਜਲ ਜਲ ਭਰਪੂਰਾ, ਜਿਸ ਨਦੀ ਦੇ ਵਿੱਚ ਗੁਰੂ ਦੇ ਜਸ ਰੂਪੀ ਜਲ ਭਰਿਆ ਹੋਇਆ ਭਰੀ ਵਗ ਰਹੀ ਹੈ। ਪ੍ਰੇਮ ਪ੍ਰਵਾਹ ਬਿਮਲ ਬਹਰੂਰਾ। ਤੇ ਬੇਰਹਿਤ ਹੈ ਮੈਲ ਤੋਂ ਭਾਵ ਉਜਲ ਸੁੰਦਰ ਜਲ। ਕਿਵੇਂ ਪ੍ਰਵਾਹ ਕੀ ਜਲ ਦਾ ਸਾਧ ਸੰਗਤ ਜੀ? ਪ੍ਰੇਮ ਰੂਪੀ ਪ੍ਰਵਾਹ ਇਸ ਕਥਾ ਦੇ ਵਿੱਚ ਹੈ, ਕਥਾ ਰੂਪੀ ਨਦੀ ਵਿੱਚ ਹੈ। ਭ੍ਰਮ ਬੇਮੁਖਤਾ ਦਵੈ ਦਿੜ ਕੂਲਾ। ਇੱਕ ਭ੍ਰਮਣਾ ਭਰਮ ਜਿਹੜਾ ਹੈ ਤੇ ਇੱਕ ਬੇਮੁਖਤਾਈ, ਇਹ 2 ਪੱਕੇ ਕੰਢੇ ਹਨ। ਜਿਨ ਪਰ ਅਵਗੁਣ ਤਰ ਗਨ ਫੂਲਾ। ਜਿਨ੍ਹਾਂ ਦੇ ਉੱਪਰ ਔਗਣਾ ਰੂਪੀ ਬੜੇ ਰੁੱਖ ਜਿਹੜੇ ਫਲੀ ਭੂਤ ਹੋ ਰਹੇ ਹਨ। ਪਠਨ ਸੁਨਨ ਬਲ ਬੇਗ ਵਿਸਾਲਾ। ਪੜਨ ਤੇ ਸੁਣਨ ਰੂਪੀ ਕਥਾ ਰੂਪ ਨਦੀ ਦਾ ਬੜਾ ਤੇਜ ਵਹਿਣ ਹੈ, ਭਾਰੀ ਹੀ। ਜਰ ਸਮੇਤ ਭਗਨਤ ਤਤਕਾਲਾ। ਤੇ ਜਰ ਸਮੇਤ ਇਸ ਤਰ੍ਹਾਂ ਦੀ ਇਹ ਭਾਈ ਨਦੀ ਹੈ, ਸੁੰਦਰ ਹੋ ਰਹੀ ਹੈ। ਤੋ ਕਵੀ ਜੀ ਕਹਿੰਦੇ ਵੀ ਇਹ ਜੜਾਂ ਸਮੇਤ ਹੀ ਉਹਨਾਂ ਨੂੰ ਭੰਨੀ ਜਾਂਦੀ ਹੈ। ਭਾਵ ਜਿਹੜੇ ਔਗਣ ਹੈ ਨਾ, ਇਹ ਕਥਾ ਰੂਪੀ ਨਦੀ ਔਗਣਾ ਰੂਪੀ ਰੁੱਖਾਂ ਨੂੰ ਜਿਵੇਂ ਕੰਢੇ ਤੋਂ ਰੁੱਖ ਰੋੜ ਲਿਜਾਂਦੀ ਨਾ ਨਦੀ, ਇਹ ਸਾਡੇ ਸਾਧ ਸੰਗਤ ਦੀ ਬੇਮੁਖਤਾਈ ਤੇ ਭਰਮ ਰੂਪੀ ਕੰਢੇ ਅੰਦਰ ਜਿਹੜੇ ਦੋਵੇਂ ਆ ਨਾ, ਇਹਨਾਂ ਦੇ ਉੱਪਰ ਔਗਣਾ ਰੂਪੀ ਖੜੇ ਹੋਏ ਰੁੱਖਾਂ ਨੂੰ ਧੂ ਕੇ ਲਈ ਜਾਂਦੀ ਹੈ। ਇਹ ਪ੍ਰੇਮ ਰੂਪੀ ਇਸ ਦਾ ਵਹਿਣ ਹੈ। ਸਤਿਗੁਣ ਕਮਲ ਬ੍ਰਿੰਦ ਬਿਕਸਾਵਤ। ਤੇ ਜਿਹੜੇ ਸਾਧ ਗੁਣ ਐ, ਸਤ ਸੰਤੋਖ ਤੇ ਆਦਿਕ ਜਿਹੜੀ ਦੈਵੀ ਸੰਪਦਾ ਸ਼ੁਭ ਗੁਣ ਹੈ, ਇਹ ਕਮਲਾ ਵਰਗੇ ਹੈ ਭਾਈ, ਸਾਰੇ ਖਿੜ ਰਹੇ ਹਨ। ਮਨ ਸੰਤਨ ਕੇ ਮਧਪਨ ਭਾਵਤ। ਤੇ ਜਿਹੜੇ ਸੰਤਾਂ ਦੇ ਮਨ ਰੂਪੀ ਮਧਪਨ ਕਹੀਏ ਭੌਰੇ ਆ ਨਾ, ਉਹਨਾਂ ਨੂੰ ਇਹ ਨਦੀ ਤੇ ਇਹ ਸ਼ੁਭ ਗੁਣਾ ਰੂਪੀ ਕਮਲ ਬੜੇ ਹੀ ਭਾਉਂਦੇ ਸੋਹਣੇ ਲੱਗਦੇ ਆ। ਸਿੰਘ ਸਕਲ ਜਲ ਜੰਤ ਆਨੰਦਤ। ਤੇ ਜਿਹੜੇ ਸਿੰਘ ਬਾਬਾ ਰਾਮ ਕੌਰ ਜੀ ਦੇ ਪਾਸ ਕਥਾ ਸੁਣ ਰਹੇ ਆ, ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਐ ਜਿਵੇਂ ਪਾਣੀ 'ਚ ਰਹਿਣ ਵਾਲੇ ਜੰਤੂ ਹੁੰਦੇ ਆ,
ਅੰਮ੍ਰਿਤ ਜਾਂ ਇਹ ਕਥਾ ਰੂਪੀ ਨਦੀ ਦੇ ਵਿੱਚ ਰਹਿਣ ਵਾਲੇ ਜੰਤੂ ਬਣੇ ਹੋਏ ਹਨ, ਆਨੰਦ ਲੈ ਰਹੇ ਆ। ਕਰਤ ਕੇਲ ਗੁਰ ਰਹਿਤ ਆਨੰਦਿਤ। ਤੇ ਕੇਲ ਕਰਦੇ ਆ, ਸੱਚੇ ਪਾਤਸ਼ਾਹ ਮਹਾਰਾਜ ਦੀ ਕਥਾ ਸੁਣ ਸੁਣ ਕੇ ਆਨੰਦ ਲੈ ਰਹੇ ਹਨ। 10 ਗੁਰ ਦਸਾਂ ਘਾਟ ਜਿਸ ਕੇਰੇ। ਤੇ 10 ਪਾਤਸ਼ਾਹੀਆਂ ਨਾ ਜਿਹੜੀਆਂ, ਇਹ 10 ਘਾਟ ਹੈ ਭਾਈ। ਕਥਾ ਰੂਪੀ ਨਦੀ ਦੇ ਘਾਟ ਹੁੰਦਾ ਹੈ। ਨਦੀ 'ਚ ਸਿੱਧਾ ਨਹੀਂ ਸਾਧ ਸੰਗਤ ਜੀ ਵੜਿਆ ਜਾਂਦਾ, ਨਾ ਪਾਣੀ ਪੀਤਾ ਜਾਂਦਾ। ਉਹ ਵਿਸ਼ੇਸ਼ ਥਾਂ ਬਣਾਏ ਹੁੰਦੇ ਪਾਰ ਲੰਘਣ ਵਾਸਤੇ, ਕੱਪੜਾ ਲੀੜਾ ਧੋਣ ਵਾਸਤੇ, ਉਹਨੂੰ ਘਾਟ ਕਹਿੰਦੇ ਆ। ਤੋ 10 ਪਾਤਸ਼ਾਹੀਆਂ ਘਾਟ ਬਣੀਆਂ ਹੋਈਆਂ ਜਿੱਥੋਂ ਲੰਘਣਾ ਸੌਖਾ ਹੋ ਜਾਂਦਾ ਹੈ। ਦੁਖੀ ਤ੍ਰਿਖਾ ਤੁਰ ਜਨ ਹੋਏ ਨੇਰੇ। ਜਿਹੜੇ ਸਾਡੇ ਵਰਗੇ ਦੁਖੀ ਆ ਨਾ ਸਾਧ ਸੰਗਤ ਜੀ, ਵਿਸ਼ਿਆਂ ਵਿਕਾਰਾਂ ਦੇ ਪਿਆਸੇ ਮਾਰੇ ਹੋਏ, ਉਹ ਫਿਰ ਇਹ 10 ਘਾਟ ਭਾਵ 10 ਗੁਰੂਆਂ ਦੇ ਲਾਗੇ ਹੁੰਦੇ ਆ। ਇਹਨਾਂ ਦਾ ਇਤਿਹਾਸ ਸੁਣ ਕੇ ਜਿਵੇਂ ਘਾਟ ਦੇ ਲਾਗੇ ਹੋ ਕੇ ਪਿਆਸੇ ਦੀ ਪਿਆਸ ਬੁਝਦੀ ਹੈ ਨਾ ਨਦੀ ਦੇ, ਇਸ ਤਰ੍ਹਾਂ ਜਿਹੜੇ ਦੁਖੀ ਲੋਕ ਆ ਨਾ ਸਾਡੇ ਵਰਗੇ, ਤ੍ਰਿਸ਼ਨਾ ਤੇ ਕਾਮ ਦੇ ਮਾਰੇ ਹੋਏ, ਉਹ ਸਤਿਗੁਰਾਂ ਦੇ ਕਥਾ ਰੂਪੀ ਨਦੀ ਦੇ ਲਾਗੇ ਹੋ ਕੇ ਸੁਖ ਪ੍ਰਾਪਤ ਕਰਦੇ, ਇਹਨਾਂ ਦੀ ਪਿਆਸ ਦੂਰ ਹੁੰਦੀ ਹੈ। ਗੁਰ ਜਸ ਜਲ ਤੇ ਸਭ ਦੁਖ ਪਾ ਸਭ ਸੁਖ ਪਾਵਹਿ। ਤੇ ਗੁਰੂ ਦੇ ਵਡਿਆਈ ਰੂਪੀ ਜਾਲੇ ਨਦੀ ਵਿੱਚ ਭਰਿਆ ਹੋਇਆ ਹੈ, ਜਿੱਥੋਂ ਸਭ ਸੁਖ ਪ੍ਰਾਪਤ ਹੁੰਦੇ ਆ ਸੁਣਨ ਵਾਲਿਆਂ ਨੂੰ ਜਾਂ ਸ਼ਰਵਣ ਰੂਪੀ ਛਕਣ ਵਾਲਿਆਂ ਨੂੰ। ਵਿਸ਼ੀਰਨ ਤ੍ਰਿਖਾ ਤੁਰਤ ਬਿਨ ਸਾਵਹਿ। ਤੇ ਵਿਸ਼ਿਆਂ ਦੀ ਜਿਹੜੀ ਪਿਆਸ ਹੈ ਨਾ, ਛੇਤੀ ਦੇ ਨਾਲ ਇਹ ਨਾਸ ਕਰ ਦਿੰਦੀ ਕਥਾ ਜੋ ਹੈ। ਰਾਮ ਕੋਇਰ ਪਰਬੀਨ ਜੋ ਮਾਲੀ। ਤੇ ਇਸ ਤਰ੍ਹਾਂ ਅੰਤਕ ਕਾਮ ਪੀਰ ਨਹ ਦੇਈ, ਇਹ ਪੰਕਤੀ ਨਾ ਛੱਡ। ਤੋ ਅੰਤਕ ਨਾਮ ਸਾਧ ਸੰਗਤ ਦੀ ਜਮਦਾ ਹੈ। ਜਿਹੜਾ ਧਰਮ ਰਾਏ ਦਾ ਜਾਮ ਹੈ ਨਾ, ਉਹ ਅੰਤਕ, ਉਹਦਾ ਨਾਮ ਅੰਤਕ ਆਉਂਦਾ ਹੈ। ਅੰਤਕ ਦਾ ਅਰਥ ਜਮ, ਤੇ ਜਮ ਦਾ ਜਿਹੜੀ ਕਾਮ ਤਪਸ਼ ਹੈ ਨਾ, ਉਹਦੀ ਪੀਰ ਨਾ, ਫਿਰ ਉਹ ਪੀੜ ਨਹੀਂ ਦਿੰਦਾ। ਜਮ ਦੀ ਤਪਸ਼ ਨਹੀਂ ਵੇਖਣ ਨੂੰ ਮਿਲਦੀ, ਮਹਿਸੂਸ ਹੁੰਦੀ ਹੈ। ਨਿਤ ਪ੍ਰਤ ਨਿਕਟ ਹੋਏ ਜੋ ਸੇਈ। ਕਿੰਨਾਂ ਦੇ ਜਿਹੜੇ ਨਿਤਾ ਪ੍ਰਤੀ ਇਹ ਕਥਾ ਰੂਪੀ ਨਦੀ ਦੇ ਲਾਗੇ ਰਹਿੰਦੇ, ਜਿਹੜੇ ਤੁਹਾਡੇ ਵਰਗੇ ਰੋਜ਼ ਸੁਣਦੇ ਆ। ਕਵੀ ਜੀ ਕਹਿੰਦੇ ਇਹਨਾਂ ਨੂੰ ਜਮਾਂ ਦੀ ਤਪਸ਼ ਨਹੀਂ ਫਿਰ ਪਹੁੰਚਦੀ ਹੈ। ਰਾਮ ਕੋਇਰ ਪਰਬੀਨ ਜੋ ਮਾਲੀ। ਧੰਨ ਬਾਬਾ ਰਾਮ ਕੋਇਰ ਜੀ ਸਿਆਣੇ ਮਾਲੀ ਵਰਗੇ ਹਨ। ਕੀਰਤ ਗੁਰਨ ਸਕੇਲ ਵਿਸਾਲੀ। ਤੇ ਜਿਵੇਂ ਮਾਲੀ ਬੂਟੇ ਲਿਆ ਕੇ ਬਾਗ ਖੜਾ ਕਰ ਦਿੰਦਾ ਨਾ, ਗੁਰੂ ਦੀ ਕੀਰਤ ਵਡਿਆਈ ਰੂਪੀ ਬੂਟੇ ਲਾ ਲਾ ਕੇ ਤੇ ਗ੍ਰੰਥ ਰੂਪੀ ਬਾਗ ਹੀ ਬਣਾ ਦਿੱਤਾ ਕਵੀ ਰਾਮ ਕੋਇਰ ਜੀਆਂ ਨੇ। ਗ੍ਰੰਥ ਬਨਾਵਨ ਬਾਗ ਲਗਾਇਆ। ਗੁਰੂ ਦੀ ਵਡਿਆਈ ਨੂੰ ਸਕੇਲ ਕਹੀਏ ਇਕੱਠੇ ਕਰ ਕਰਕੇ ਵਿਸਾਲੀ ਭਾਰੀ ਇਹ ਗ੍ਰੰਥ ਬਣਾਉਣ ਰੂਪੀ ਸੋਹਣਾ ਬਾਗ ਲਾਇਆ। ਇਹ ਗ੍ਰੰਥ ਨੂੰ ਬਾਗ ਦੀ ਉਪਮਾ ਕਵੀ ਜੀ ਦੇ ਰਹੇ ਹੈ। ਤਰਵਰ ਜੇਤਕ ਧਿਆਏ ਸੁਹਾਇਆ। ਤੇ ਧਿਆਨ ਰੂਪੀ ਜਾਂ ਜਿੰਨੇ ਅਧਿਆਏ ਆ ਨਾ ਇਹਦੇ ਵਿੱਚ, ਜਿੰਨੇ ਅਧਿਆਏ ਆਉਂਦੇ ਰੁੱਖਾਂ ਦੇ ਬਰਾਬਰ, ਰੁੱਖਾਂ ਵਰਗੇ ਸੋਭਾ ਪਾ ਰਹੇ ਹਨ। ਛੰਦ ਅਨੇਕ ਪ੍ਰਕਾਰਨ ਸ਼ਾਖਾ। ਤੇ ਅਨੇਕਾਂ ਪ੍ਰਕਾਰ ਦੇ ਜਿਹੜੇ ਇਹ ਗ੍ਰੰਥ ਵਿੱਚ ਛੰਦ ਹੈ, ਚੌਪਈਆ, ਤੋਟਕ ਛੰਦ ਹੈ, ਪਾਦੜੀ ਛੰਦ ਹੈ, ਮਧਭਾਰ ਛੰਦ ਹੈ, ਮਰਹੱਟਾ ਛੰਦ ਹੈ, ਕਬੀਤਾ ਹੈ, ਸਵਈਏ ਹੈ, ਦੋਹਰੇ ਹੈ, ਸੋਰਠੇ ਹੈ। ਇਸ ਤੋਂ ਬਾਅਦ ਨਾਨਾ ਤਰ੍ਹਾਂ ਦੇ ਛੰਦ ਜਿਹੜੇ ਆ ਨਾ, ਉਹ ਜਾਣ ਲਓ ਕਵੀ ਜੀ ਕਹਿੰਦੇ ਸ਼ਾਖਾਂ ਹਨ ਫੈਲੀਆਂ ਹੋਈਆਂ ਡਹਿਣੀਆਂ। ਤੁਕ ਬਹ ਪੱਤਰ ਸਗਣ ਸ਼ਬ ਭਾਖਾ। ਤੇ ਇਹ ਜਿਹੜੀਆਂ ਤੁਕਾਂ ਨੇ ਨਾ, ਪੰਕਤੀਆਂ ਬਹੁਤੇ ਸੰਘਣੇ ਪੱਤੇ ਹੋ ਰਹੇ ਆ। ਸ਼੍ਰੇਸ਼ਟ ਇਸ ਦੀ ਭਾਸ਼ਾ ਹੈ। ਗੁਣ ਗਨ ਤਿਨ ਮਹਿ ਸੋ ਮਨ ਸਫੂਲੇ। ਜਾਂ ਜਿਹੜੀ ਸ਼੍ਰੇਸ਼ਟ ਭਾਸ਼ਾ ਹੈ ਛਾਂ ਹੋ ਰਹੀ ਗੁਰਮੁਖੀ। ਤੇ ਗੁਣ ਗਨ ਤਿਨ ਮਹਿ ਸੁਮਨ ਸਫੂਲੇ। ਜਿਹੜੇ ਜਿੰਨੇ ਗੁਣ ਆ ਨਾ ਕਥਾ ਵਿੱਚ ਝਲਕਦੇ ਆ ਨਾ, ਪਿੱਛੇ ਸੇਵਾ ਦਾ ਪ੍ਰਸੰਗ ਆਪਾਂ ਅੰਮ੍ਰਿਤਸਰ ਸਾਹਿਬ ਦਾ ਸੁਣਿਆ, ਕਿਤੇ ਨਿਮਰਤਾ ਦਾ ਪ੍ਰਸੰਗ ਆ ਜਾਂਦਾ ਹੈ। ਕਿੰਨੇ ਗੁਣ ਸਾਧ ਸੰਗਤ ਜੀ ਕਥਾ ਨੇ ਜਣਾਏ ਹੋਏ ਆ। ਇਹ ਕਥਾ ਦੇ ਵਿੱਚ ਜਿਹੜੇ ਗੁਣ ਦਿਸਦੇ ਆ ਨਾ, ਕਵੀ ਜੀ ਕਹਿੰਦੇ ਸਾਰੇ ਸੋਹਣੇ ਫੁੱਲ ਫੁੱਲੇ ਹੋਏ ਆ। ਇਹ ਬਾਗ ਗ੍ਰੰਥ ਰੂਪੀ ਬਾਗ ਨੂੰ ਫੁੱਲ ਲੱਗੇ ਹਨ। ਅਰਥ ਸੁਫਲ ਜੁਤ ਭਾਖਣ ਝੂਲੇ। ਤੇ ਜਿਹੜੇ ਅਰਥ ਹੈ ਨਾ, ਉਹ ਸ਼੍ਰੇਸ਼ਟ ਫਲ ਹਨ। ਤੇ ਇਹ ਕਹਿਣ ਰੂਪੀ ਝੂਲੇ ਮਾਰਦੇ ਆ। ਇਹ ਗ੍ਰੰਥ ਰੂਪੀ ਬਾਗ ਜਿਹੜਾ ਨਾ, ਜਾਂ ਕਥਾ ਰੂਪੀ ਬਾਗ, ਇਹ ਜਦੋਂ ਕੋਈ ਬਕਤਾ ਬੋਲਦਾ ਸਮਝੋ ਬਾਗ ਝੁੱਲਦਾ। ਤੇ ਜਿਹੜੇ ਸੁਣਦੇ ਆ ਉਹ ਫਲ, ਜਿਵੇਂ ਹਵਾ ਆਉਣ ਤੇ ਬਾਗ ਝੂਲਦਾ ਹੈ, ਫਲ ਡਿੱਗਦੇ ਆ, ਛਕਦੇ ਆ, ਚੁੱਕਣ ਵਾਲੇ ਸੌਖੇ ਹੋ ਜਾਂਦੇ ਆ। ਕਹਿੰਦੇ ਭਾਖਣ ਰੂਪੀ ਝੂਲੇ ਵੱਜ ਰਹੇ, ਕਹਿਣ ਰੂਪੀ ਝੂਲੇ ਵੱਜਦੇ ਇਸ ਗ੍ਰੰਥ ਰੂਪੀ ਬਾਗ ਨੂੰ। ਸਰੋਤਾ ਕਹਿੰਦਾ ਹੈ ਮਾਨੋ ਝੂਲੇ ਵੱਜਦੇ ਆ ਬਾਗ ਨੂੰ, ਜਿਹੜਾ ਬਕਤਾ ਕਹਿੰਦਾ।
ਤੇ ਸਰੋਤਾ ਜਦੋਂ ਸੁਣਦਾ ਹੈ, ਮਨ ਨੂੰ ਫਲ ਪ੍ਰਾਪਤ ਹੁੰਦੇ ਹਨ। ਸ਼ਾਂਤ ਰਸਾਦਿਕ ਰਸ ਜਿਨ ਮਾਹੀ। ਤੇ ਸ਼ਾਂਤੀ ਤੋਂ ਆਦਿਕ ਸਤ ਸੰਤੋਖ ਧਰਮ ਆਦਿਕ ਇਸ ਫਲਾਂ ਦੇ ਵਿੱਚ ਰਸ ਭਰਿਆ ਹੋਇਆ ਹੈ। ਕਸ਼ਟ ਕਾਮ ਹੱਥ ਛਾਇਆ ਤਾਹੀ। ਤੇ ਕਸ਼ਟ ਭਾਵ ਕਸ਼ਟ ਰੂਪੀ ਕਾਮ ਜਿਹੜੀ ਤਪਸ਼ ਹੈ ਨਾ, ਜਾਂ ਤਪਸ਼ ਰੂਪੀ ਜੋ ਕਸ਼ਟ ਹੈ ਤਪਸ਼ ਵਰਗਾ ਹੈ, ਇਹਦੇ ਨਾਸ਼ ਕਰਨ ਵਾਲੀ ਇਹਦੀ ਛਾਇਆ ਹੈ। ਸੰਗਤ ਰੂਪ ਪ੍ਰੇਮ ਬਾਰ ਤੇ ਸਿੰਚਨ ਕਰਤਾ। ਤੇ ਬਾਬਾ ਰਾਮ ਕੌਰ ਜੀਆਂ ਪ੍ਰੇਮ ਰੂਪੀ ਬਾਰ ਕਹੀਏ ਪਾਣੀ ਨਾਲੇ ਬਾਗ ਪਾਲਿਆ ਹੋਇਆ। ਗ੍ਰੰਥ ਰੂਪੀ ਕਥਾ ਰੂਪ ਢਿਗ ਨਹਿ ਹੋਏ ਮੋਹ ਪਸ਼ ਹਰਤਾ। ਤੇ ਮੋਹ ਰੂਪੀ ਜਿਹੜਾ ਪਸ਼ੂ ਹੈ ਨਾ, ਉਹਦੇ ਹਰਨ ਨਾਸ਼ ਕਰਨ ਵਾਲਾ ਬਾਗ ਹੈ, ਉਹ ਲਾਗੇ ਨਹੀਂ ਹੁੰਦਾ ਹੈ। ਇਸ ਦੇ ਬਾਬਾ ਰਾਮ ਕੌਰ ਜੀ ਮੋਹ ਰੂਪੀ ਪਸ਼ੂ ਦੇ ਨਾਸ਼ ਕਰਨ ਵਾਲੇ ਮਹਾਂਪੁਰਖ ਹਨ। ਆਸ ਉਪਬਨ ਮਹਿ ਜੋ ਨਰ ਬਾਸੇ। ਤੇ ਇਹੋ ਜਿਹੇ ਸਾਧ ਸੰਗ ਦੀ ਕਥਾ ਸੁਣਨ ਰੂਪੀ ਜਾਂ ਇਹ ਗ੍ਰੰਥ ਰੂਪੀ ਕਥਾ ਸੁਣਨੀ, ਸੰਗਤ ਕਰਨੀ, ਕਥਾ ਕਰਨੀ, ਇਸ ਬਾਗ ਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਭਾਵ ਸਰੋਤਾ ਰੂਪ ਹੋ ਕਰਕੇ ਵਸ ਰਹੇ ਹਨ। ਮੋਖ ਸੁਗੰਧ ਸਦਾ ਤਨ ਪਾਸੇ। ਤੇ ਉਹਨਾਂ ਦੇ ਪਾਸ ਸਦਾ ਮੁਕਤੀ ਰੂਪੀ ਸੁਗੰਧ ਆਉਂਦੀ ਹੈ। ਸਦਾ ਇਹਨਾਂ ਦੇ ਪਾਸ ਸੁਗੰਧੀ ਆਉਂਦੀ, ਮੁਕਤੀਆਂ ਰੂਪੀ ਸੁਗੰਧੀ ਸਰੋਤਿਆਂ ਤੋਂ ਆਉਂਦੀ ਹੈ। ਦੋਹਰਾ ਸਭ ਸਰੋਤਾ ਬਚ ਕਹਿਤ ਭੇ। ਤੋ ਇਹ ਸਾਧ ਸੰਗ ਦੀ ਬਾਗ ਦਾ ਜਿਹੜਾ ਨਾ ਉਹ ਉਪਮਾ ਦਿੱਤੀ ਕਵੀ ਜੀਆਂ ਗ੍ਰੰਥ ਨੂੰ, ਕਥਾ ਨੂੰ ਨਦੀ ਦੀ ਉਪਮਾ ਦਿੱਤੀ ਕਵੀ ਸੰਤੋਖ ਸਿੰਘ ਜੀਆਂ। ਤੋ ਬਾਬਾ ਰਾਮ ਕੌਰ ਜੀ ਮਾਲੀਆਂ ਵਰਗੇ ਆ ਜਿਨ੍ਹਾਂ ਨੇ ਇਹ ਸੋਹਣਾ ਕਥਾ ਦਾ ਬਾਗ ਲਾਇਆ ਹੋਇਆ। ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਵਿੱਚੋਂ ਹਨ। ਤੋ ਕਵੀ ਜੀ ਅੱਗੇ ਫਿਰ ਤੋਰਦੇ ਕਥਾ, ਕਹਿੰਦੇ ਆ ਕਿ ਸਾਰੇ ਸਰੋਤੇ ਸੀ ਨਾ ਜਿਹੜੇ ਇਹ ਸੁਣਨ ਵਾਲੇ ਰਮਦਾਸ ਵਿੱਚ ਬੈਠੇ ਹੋਏ ਕਥਾ ਨੂੰ ਨਾ ਕਿਹਾ ਹੈ, ਮਹਾਂਪੁਰਸ਼ਾਂ ਨੂੰ ਹੱਥ ਜੋੜ ਕਹਿੰਦੇ ਆ। ਹੱਥ ਜੋੜ ਹੋਏ ਦੀਨ। ਹੱਥ ਜੋੜ ਕੇ ਦੀਨ ਨਮਾਣੇ ਜੇ ਹੋ ਕੇ ਬਾਬਾ ਜੀ ਨੂੰ ਕਹਿਣ ਲੱਗੇ ਹਨ। ਹਰ ਗੋਬਿੰਦ ਕੇ ਜਨਮ ਕੀ। ਕਹਿੰਦੇ ਹੈ ਧੰਨ ਧੰਨ ਬਾਬਾ ਰਾਮ ਕੌਰ ਜੀ, ਮਹਾਂਪੁਰਸ਼ੋ ਜਿਹੜੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ, ਸਤਿਗੁਰਾਂ ਦੇ ਪਾਵਨ ਪਵਿੱਤਰ ਪੁਰਬਾਂ ਦੀ, ਆਗਮਨ ਦੀ, ਜਨਮ ਦੀ। ਕਹਾ ਕਥਾ ਪਰਬੀਨ। ਇਹ ਸੁਗੜ ਸਰੂਪ ਸਿਆਣੇ ਬਾਬਾ ਰਾਮ ਕੌਰ ਜੀ, ਤੁਸੀਂ ਸਭ ਕੁਝ ਜਾਣਦੇ ਹੋ ਤੇ ਕਿਰਪਾ ਕਰੋ ਮਹਾਰਾਜੋ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਦੀ ਕਥਾ ਹੁਣ ਸਾਨੂੰ ਸੁਣਾਉਣੀ ਕਰੋ ਜੀ। ਸੁਣ ਕੇ ਸਾਹਿਬ ਰਾਮ ਕੌਰ। ਇਹਨਾਂ ਸਿੰਘਾਂ ਤੋਂ ਸੁਣ ਕੇ ਧੰਨ ਭਾਈ ਸਾਹਿਬ ਭਾਈ ਰਾਮ ਕੌਰ ਜੀ ਕਹਿਤ ਭਏ ਸੁਖ ਦਾਏ। ਸੁਖਾਂ ਦੇ ਦੇਣ ਵਾਲੇ ਬਚਨ ਬੋਲ ਰਹੇ ਹਨ। ਆਦ ਅੰਤ ਸਭ ਕਹਿਤ ਹਾਂ। ਕਹਿੰਦੇ ਹਾਂ ਭਾਈ ਸਿੰਘੋ, ਜੇ ਤੁਹਾਡੀ ਸੁਣਨ ਦੀ ਬੜੀ ਰੁਚੀ ਹੈ ਨਾ, ਨੰਦੇੜ ਤੋਂ ਚੱਲ ਕੇ ਆਇਓ ਤੇ ਸੁਣੋ ਕਥਾ। ਸਤਿਗੁਰਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਦ ਦੀ, ਮੱਧ ਦੀ, ਅੰਤ ਦੀ ਸਾਰੀ ਕਥਾ ਆਖਾਂਗੇ। ਸੁਨਹ ਕਥਾ ਮਨ ਲਾਏ। ਅਸੀਂ ਸੁਣਾਉਣੇ ਹਾਂ ਤੇ ਤੁਸੀਂ ਮਨ ਲਾ ਕੇ ਸਤਿਗੁਰਾਂ ਦੀ ਕਥਾ ਸੁਣੋ ਜੀ। ਜਹ ਕਹਿ ਗੁਰ ਸਿੱਖੀ ਹੁਤੀ। ਵੀ ਸੁਣੋ ਕਥਾ ਵੀ ਜਿੱਥੇ ਕਿਥੇ ਨਾ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਸਿੱਖੀ ਹੀ ਸਿੱਖੀ ਫੈਲ ਚੁੱਕੀ ਹੈ। ਬਿਦਤਿਓ ਏਵ ਪ੍ਰਸੰਗ। ਤੇ ਸਾਰੇ ਸੰਸਾਰ ਵਿੱਚ ਇਹ ਪ੍ਰਸੰਗ ਫੈਲ ਰਿਹਾ ਸੀ। ਸਭ ਪਾਸੇ ਇਹ ਗੁਰੂ ਘਰ ਦੀ ਇਹੀ ਸੋਭਾ ਫੈਲ ਰਹੀ ਸੀ। ਸਰਬ ਜਗਤ ਮਹਿ ਜਸ ਮਹਾ। ਤੇ ਗੁਰੂ ਘਰ ਦਾ ਜਿਹੜਾ ਜਸ ਆ ਨਾ, ਸਾਰੇ ਸੰਸਾਰ ਵਿੱਚ ਬੜਾ ਭਾਰੀ ਫੈਲ ਰਿਹਾ ਸੀ। ਕਰਹਿ ਸੋ ਉਜਲ ਰੰਗ। ਜਿਵੇਂ ਚਿੱਟਾ ਰੰਗ ਹੁੰਦਾ, ਇਸ ਤਰ੍ਹਾਂ ਆਪਣਾ ਉਜਲ ਰੰਗ ਹੋ ਰਿਹਾ ਸੀ ਇਸ ਜਸ ਦਾ, ਵਡਿਆਈ ਦਾ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਮਹਿਮਾ ਸਿੰਘੋ ਸਾਰੇ ਸੰਸਾਰ ਵਿੱਚ ਫੈਲ ਰਹੀ ਸੀ। ਕਬਿਤ ਸੁਣੇ ਦੇਸ਼ ਦੇਸ਼ ਹੂੰ ਤੇ ਆਏ ਹੈ ਅਸ਼ੇਸ਼ ਸਿੱਖ। ਹੁਣ ਸਾਧ ਸੰਗਤ ਜੀ ਬਾਬਾ ਰਾਮ ਕੌਰ ਜੀ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਦੀ ਕਥਾ ਫਿਰ ਆਰੰਭ ਕੀਤੀ। ਸਿੰਘਾਂ ਨੇ ਆਖਿਆ ਵੀ ਸਾਨੂੰ ਸੁਣਾਓ ਅੱਗੇ ਵੀ ਕਥਾ। ਸਰੋਵਰ ਦਾ ਬਣਨਾ, ਹਰਿਮੰਦਰ ਸਾਹਿਬ ਦੀ ਸਾਰੀ ਕਥਾ ਮਹਾਰਾਜ ਤੁਸੀਂ ਸੁਣਾ ਦਿੱਤੀ। ਸਿੱਖਾਂ ਦੇ ਪ੍ਰਸੰਗ ਵੀ ਸੁਣਾਏ ਹੈ। ਅੱਗੇ ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਥਾ ਸੁਣਾਓ। ਤੋ ਅੱਗੇ ਦੱਸਦੇ ਬਾਬਾ ਰਾਮ ਕੌਰ ਜੀ, ਸਿੰਘੋ ਸੁਣੋ ਭਾਈ ਫਿਰ। ਸੁਨੇ ਦੇਸ਼ ਦੇਸ਼ ਜਗਤ, ਸੁਨੇ ਦੇਸ਼ ਦੇਸ਼ ਤੋ ਸਾਰੇ ਦੇਸ਼ਾਂ ਵਿੱਚ, ਸੁਨੇ ਦੇਸ਼ ਦੇਸ਼ ਹੂੰ ਤੇ ਆਏ ਹੈ ਅਸ਼ੇਸ਼ ਸਿੱਖ। ਸੁਣ ਕੇ ਨਾ
ਦੇਸ਼ਾਂ ਵਿਦੇਸ਼ਾਂ ਤੋਂ ਬੜੀ ਸੰਗਤ ਆਉਣ ਲੱਗੀ। ਕੀ ਸੁਣ ਕੇ ਆਉਂਦੀ ਹੈ? ਭੇਟਣ ਵਿਸ਼ੇਸ਼ ਕੋ ਚੜਾਵੇਂ ਪਗ ਸੀਸ ਧਰ। ਹਾਂ, ਨਾਲ ਭੇਟਾਵਾਂ ਲੈ ਲੈ ਕੇ ਆਉਂਦੀ ਹੈ। ਸੀਸ ਦੇ ਉੱਪਰ ਰੱਖ ਰੱਖ ਕੇ ਭੇਟਾਵਾਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਵਾਸਤੇ ਲੈ ਕੇ ਆ ਰਹੇ ਹਨ। ਗਾਦੀ ਪੈ ਬਿਰਾਜੈ ਗੁਰੂ ਅਰਜਨ ਬੈਠੇ ਬੀਚ। ਤੇ ਉਹ ਸਿੱਖ ਕਹਿੰਦੇ ਭਾਈ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਿਰਾਜੇ ਹੋਏ ਆ। ਗੁਰੂ ਘਰ ਦੀ ਬੜੀ ਸੋਭਾ ਸੁਣ ਸੁਣ ਕੇ ਸੰਗਤਾਂ ਆ ਰਹੀਆਂ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਅੰਮ੍ਰਿਤਸਰ ਸਾਹਿਬ ਆਉਣ ਲੱਗੀਆਂ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਇਹਨਾਂ ਸਾਰੀਆਂ ਸੰਗਤਾਂ ਦੇ ਵਿਚਕਾਰ ਸੁਭਾਏਮਾਨ ਹੋ ਰਹੇ ਆ, ਸਿੰਘਾਸਣ ਤੇ ਸਜੇ ਹੁੰਦੇ ਆ। ਕਰਾਮਾਤ ਪੂਰਨ ਸਜੋਤ ਜਗਦੀਸ਼ ਧਰ। ਪਰਮੇਸ਼ਰ ਨੇ ਜੋਤ ਧਰੀ ਹੋਈ ਹੈ। ਕਰਾਮਾਤਾਂ ਦੇ ਵਿੱਚ ਪਰਿਪੂਰਨ ਹਨ। ਸੱਚੇ ਪਾਤਸ਼ਾਹ ਜੀ ਦੇ ਕਰਾਮਾਤਾਂ ਲਬਾ ਲਬ ਭਰੀਆਂ ਹੋਈਆਂ ਹਨ। ਤੇ ਜੋਤ ਕਿਹੜੀ ਹੈ? ਜਗਦੀਸ਼ ਪਰਮੇਸ਼ਰ ਨੇ ਜੋਤ ਧਰੀ ਹੋਈ ਹੈ ਇਸ ਸਰੀਰ ਅੰਦਰ। ਬਾਂਛਤ ਕੋ ਦੇਤ ਹੈ ਆਨੰਦ ਹੂੰ ਕੋ ਹੇਤ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਵੀ ਇਹਨਾਂ ਤੋਂ ਕੋਈ ਮੰਗਦਾ ਹੈ ਨਾ, ਸਿੱਖ ਅਰਦਾਸ ਕਰਾਉਂਦਾ, ਉਹ ਮੰਗਿਆ ਹੀ ਦਿੰਦੇ ਆ ਸੱਚੇ ਪਾਤਸ਼ਾਹ। ਤੇ ਆਨੰਦ ਹੂੰ ਕੋ ਹੇਤ ਹੈ, ਗਰੀਬ ਨਵਾਜ ਆਨੰਦ ਦਾ ਤਾਂ ਕਾਰਨ ਹੈ। ਸਿੱਖਾਂ ਨੂੰ ਜਿੰਨੇ ਆਨੰਦ ਆ ਨਾ, ਖੁਸ਼ੀਆਂ, ਉਹਦਾ ਮੁੱਢ, ਉਹਦਾ ਕਾਰਨ ਧੰਨ ਗੁਰੂ ਅਰਜਨ ਸਾਹਿਬ ਹਨ। ਦੁੱਖਣ ਹਰ ਲੇਤ ਹੈ ਸੁਦਾਸਣ ਅਸੀਸ ਧਰ। ਤੇ ਦਾਸਾਂ ਨੂੰ ਅਸੀਸਾਂ ਦੇ ਦੇ ਕੇ ਉਹਨਾਂ ਦੇ ਦੁੱਖਾਂ ਨੂੰ ਹਰ ਲੇਤ ਨਾਸ਼ ਕਰ ਦਿੰਦੇ ਆ। ਜਾਂ ਸਤ ਸੰਗਿਓ ਅਰਥ ਵੀ ਦੁੱਖਨ ਹਰ ਲੇਤ ਹੈ, ਦੁੱਖਾਂ ਨੂੰ ਹਰ ਨਾਸ਼ ਕਰ ਦਿੰਦੇ ਆ। ਜਿਹਦੇ ਦੁੱਖ ਨਾਸ਼ ਹੁੰਦੇ ਆ ਨਾ, ਉਹ ਮਾਈਆਂ ਫਿਰ ਸਤਿਗੁਰਾਂ ਨੂੰ ਬੜੀਆਂ ਅਸੀਸਾਂ ਦਿੰਦੀਆਂ। ਇਹ ਸੱਚੇ ਪਾਤਸ਼ਾਹ ਮਹਾਰਾਜ ਬੜੇ ਸਮਿਆਂ ਤੋਂ ਸਾਡੇ ਘਰ ਦੇ ਕਲੇਸ਼ ਕੱਟ ਦਿੱਤੇ, ਮਹਾਰਾਜ ਰੋਗ ਕੱਟ ਦਿੱਤੇ, ਨਪੁੱਤਰੇ ਸਾਮ ਮਹਾਰਾਜ ਪੁੱਤਾਂ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਸੱਚੇ ਪਾਤਸ਼ਾਹ ਤੁਸੀਂ ਸਾਨੂੰ ਸਭ ਕੁਝ ਦੇਣ ਵਾਲੇ ਹੋ। ਗਰੀਬ ਨਵਾਜ ਇਸੇ ਤਰ੍ਹਾਂ ਹੀ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ। ਇਸ ਤਰ੍ਹਾਂ ਦੀਆਂ ਅਸੀਸਾਂ ਮਾਈ ਪਾਈ ਸਤਿਗੁਰਾਂ ਦੀ ਪ੍ਰਥਾਏ ਪਰਮੇਸ਼ਰ ਨੂੰ ਕਹਿੰਦੇ ਹੈ, ਜਾਂ ਮਹਾਰਾਜ ਤੁਸੀਂ ਆਪ ਪਰਮੇਸ਼ਰ ਹੋ। ਇਸੇ ਤਰ੍ਹਾਂ ਸਿੱਖਾਂ ਤੇ ਕਲਿਆਣ ਤੇ ਮਿਹਰ ਭਰੀ ਨਿਗਾਹ ਰੱਖਣੀ ਜੀ। ਕਿਉ ਰਹਿ ਪਾਸ ਹਰ ਜਾਮ ਹੋ ਕੋ ਤਰਾਸ ਬਾਹ। ਤੇ ਕਈ ਸਿੱਖ ਜਦੋਂ ਆ ਜਾਂਦੇ ਫਿਰ ਮਹਾਰਾਜ ਦੇ ਘਰੋਂ ਵਾਪਸੀ ਨਹੀਂ ਮੁੜਦੇ, ਇੱਥੇ ਹੀ ਰਹਿ ਪੈਂਦੇ ਹੈ। ਕਿੰਨਾ ਕਿੰਨਾ ਸਮਾਂ ਇੱਥੇ ਰਹਿੰਦੇ ਆ, ਜਮਾਂ ਦੇ ਤਰਾਸ ਤੋਂ ਮੁਕਤ ਹੋ ਜਾਂਦੇ ਆ। ਧਾਰੈ ਗੁਣ ਰਾਸ ਕੋ ਨਿਵਾਰੈ ਮੋਹਰੀ ਸਤਰ। ਤੇ ਗੁਣਾਂ ਦੀ ਰਾਸੀ ਧਾਰਦੇ, ਸਾਰੇ ਗੁਣ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਕਰਦੇ ਹਨ। ਨਾਲ ਹੀ ਗੁਣ ਲੈਂਦੇ ਆ ਤੇ ਮੋਹ ਤੋਂ ਆਦਿਕ ਸਾਰਿਆਂ ਨੂੰ ਨਾਸ਼ ਕਰ ਦਿੰਦੇ ਆ। ਜਿਹੜੀ ਰੀਸ ਬਰੀਸ ਇੱਕ ਦੂਜੇ ਨੂੰ ਵੇਖੋ ਵੇਖ ਕੇ। ਸੰਗਤ ਪਿਤਾ ਨਦੀਨ ਥੋੜੀ ਕਛੁ ਆਵੇ ਤਾਹਾਂ। ਤੋ ਕਵੀ ਜੀ ਕਹਿੰਦੇ ਜਿਹੜੀ ਸੰਗਤ ਸੀ ਨਾ, ਗੁਰੂ ਰਾਮ ਮਹਾਰਾਜ ਨੇ ਥੋੜੀ ਜੀ ਸੰਗਤ ਜਿਹੜੀ ਦਿੱਤੀ ਹੋਈ ਸੀ, ਜੋ ਆਉਂਦੀ ਹੈ। ਪ੍ਰਿਥੀਏ ਸਮਾਹਦੇਵ ਹੇਤ ਗੁਜਰਾਨ ਕੇ। ਬਾਬਾ ਪ੍ਰਿਥੀ ਚੰਦ ਨੂੰ ਤੇ ਬਾਬਾ ਮਹਾਦੇਵ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਦੇ ਸਾਹਿਬਜ਼ਾਦੇ ਜਾਣ ਕੇ ਨਾ ਵੀ ਚੱਲ ਇਹਨਾਂ ਦਾ ਗੁਜ਼ਾਰਾ ਹੋਈ ਜਾਵੇ। ਤੁਸੀਂ ਸੁਣਿਆ ਇਤਿਹਾਸ, ਜਦੋਂ ਝਗੜਾ ਕੀਤਾ ਸੀ ਪ੍ਰਿਥੀ ਚੰਦ ਨੇ ਆਖਿਆ ਮਹਾਰਾਜ ਅਸੀਂ ਕਿੱਧਰ ਜਾਈ, ਅਸੀਂ ਵੀ ਟੱਬਰ ਪਾਲਣੇ ਆ। ਤੇ ਮਹਾਰਾਜ ਨੇ ਥੋੜੀ ਥੋੜੀ ਸੰਗਤ ਇਹਨਾਂ ਦੋਹਾਂ ਨੂੰ ਦੇ ਦਿੱਤੀ ਸੀ ਵੀ ਗੁਜ਼ਾਰੇ ਜੋਗੀ। ਤੋ ਕਵੀ ਜੀ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਪ੍ਰਿਥੀ ਚੰਦ ਨੂੰ ਤੇ ਮਹਾਦੇਵ ਨੂੰ ਗੁਜ਼ਾਰੇ ਜੋਗੀ ਸੰਗਤ ਦੇ ਦਿੱਤੀ ਸੀ ਵੀ ਇਹ ਤੁਹਾਨੂੰ ਮੱਥਾ ਟੇਕਿਆ ਕਰਨਗੇ ਤੇ ਇਹਨਾਂ ਦੀ ਕਾਰ ਭੇਟਾ ਤੋਂ ਤੁਹਾਡੇ ਵਿਹਾਰ ਚੱਲਿਆ ਕਰਨਗੇ। ਕਰਾਮਾਤ ਸਾਹਿਬ ਸੋ ਏਕ ਗੁਰੂ ਅਰਜਨ। ਪਰ ਕਰਾਮਾਤ ਜਿਹੜੀ ਸੀ ਨਾ ਸਾਧ ਸੰਗਤ ਜੀ, ਹੁਣ ਗੁਰੂ ਤਾਂ ਬਣ ਬੈਠੇ ਪਰ ਪੂਰੇ ਨਹੀਂ ਨਾ ਬਣੇ ਬਾਬਾ ਮਹਾਦੇਵ ਤੇ ਪ੍ਰਿਥੀ ਚੰਦ। ਜੇ ਕਰਾਮਾਤ ਤੇ ਸ਼ਕਤੀ ਵੇਖੀਏ ਨਾ, ਉਹ ਗੁਰੂ ਰਾਮਦਾਸ ਮਹਾਰਾਜ ਜੀਆਂ ਇੱਕੋ ਇੱਕ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਛੋਟੇ ਸਾਹਿਬਜ਼ਾਦਿਆਂ ਦੇ ਵਿੱਚ ਧਰ ਦਿੱਤੀ ਸੀ। ਤਾਂ ਸੋ ਦਵੈਸ਼ ਠਾਨਨ ਹੈ ਸਾਕ ਹੀ ਪਛਾਨ ਕੈ। ਤੇ ਪਰ ਨਾ ਇਹ ਜਿਹੜੇ ਆ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ, ਇਹ ਨਾ ਈਰਖਾ ਬਹੁਤ ਕਰਦੇ ਆ। ਆਪਦਾ ਛੋਟਾ ਭਰਾ ਹੀ ਜਾਣਦੇ, ਗੁਰੂ ਨਹੀਂ ਜਾਣਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ। ਉਹ ਜਾਣਦੇ ਵੀ ਚਲੋ ਇਹ ਅਰਜਨ ਦੇਵ ਸਾਡਾ ਛੋਟਾ ਹੀ ਭਾਈ ਆ ਨਾ, ਸਾਥੋਂ ਮਗਰੋਂ ਜਨਮਿਆ, ਛੋਟਾ ਹੈ ਉਮਰ ਵਿੱਚ, ਤੇ ਕੋਈ ਭਰੋਸਾ ਨਹੀਂ ਰੱਖਦੇ, ਸ਼ਰਧਾ ਨਹੀਂ ਹੈ। ਤੇ ਨਾਲ ਈਰਖਾ ਬਹੁਤ ਮਨ ਵਿੱਚ ਰੱਖਦੇ ਦੋਵੇਂ ਹੀ। ਦਰਬ ਉਦਾਰ ਆਵੈ ਚੱਲਿਓ ਦੇਸ਼ ਚਾਰ ਹੂੰ ਤੇ। ਇਧਰ ਹੁਣ ਪ੍ਰਿਥੀ ਚੰਦ ਤੇ ਜਿਹੜੇ ਆ ਬਾਬਾ ਮਹਾਦੇਵ ਹੁਣ ਝੂਠੇ ਬਣੇ ਬੈਠੇ। ਆਪ ਗੁਰੂ ਰਾਮਦਾਸ ਮਹਾਰਾਜ ਦਾ ਥਾਪੜਾ ਤਾਂ ਨਹੀਂ ਨਾ, ਗੁਰਿਆਈ ਦਾ ਤਖਤ ਤਾਂ ਨਹੀਂ ਨਾ ਮਿਲਿਆ, ਪਰ ਗੁਰੂ ਕਹਾਉਂਦੇ ਆ। ਇਹਨਾਂ ਦਾ ਗੁਜ਼ਾਰਾ ਮਸਾ ਹੁੰਦਾ। ਤੇ ਇਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਘਰ, ਜਿੱਥੇ ਚਾਰ ਦਿਸ਼ਾਵਾਂ ਤੋਂ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਚੱਲ ਆਉਂਦੀ ਹੈ।
ਮਾਇਆ ਬਹੁਤ ਨਿਤਾ ਪ੍ਰਤੀ ਆ ਰਹੀ ਹੈ। ਅਨੇਕ ਪਦਾਰਥ ਅਨੂਠੇ ਗਤ ਦਾਨ ਤੇ ਕੇ ਅਨੇਕਾਂ ਹੀ ਪਦਾਰਥਾਂ ਸੁੰਦਰਾਂ ਨੂੰ ਦੇਣ ਦੇ ਵੀ ਦਾਤੇ ਸੱਚੇ ਪਾਤਸ਼ਾਹ ਸਿੱਖਾਂ ਦੀਆਂ ਝੋਲੀਆਂ ਭਰਨ ਵਾਲੇ ਐ। ਜਰੀ ਹੂੰ ਨ ਜਾਏ ਜਰ ਜਾਏ ਦੁਖ ਪਾਏ ਕਰ। ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਘਰੇ ਸੰਗਤਾਂ ਜੁੜਦੀਆਂ ਨਾ, ਫਿਰ ਢੇਰ ਲੱਗ ਜਾਂਦੇ, ਥਾਣ ਲੱਗ ਜਾਂਦੇ ਕੱਪੜੇ ਦੇ, ਅੰਬਾਰ ਲੱਗ ਜਾਂਦੇ ਆ, ਧਨ ਦੀਆਂ ਜਿਹੜੀਆਂ ਢੇਰੀਆਂ ਲੱਗ ਜਾਂਦੀਆਂ। ਵੇਖ ਵੇਖ ਕੇ ਪਿਰਥੀ ਚੰਦ ਦਾ ਤੇ ਮਹਾਦੇਵ ਦਾ ਹਿਰਦਾ ਸੜਦਾ ਹੈ, ਜਰਿਆ ਨਹੀਂ ਜਾਂਦਾ, ਬੜਾ ਦੁੱਖ ਪ੍ਰਾਪਤ ਕਰਦੇ ਸੜਦੇ ਹਨ। ਫੂਤੋ ਲਾਗ ਭਰਾਤ ਭਇਓ ਐਸ਼ਵਰਾਜ ਮਹਾਨ ਕੇ। ਕਹਿੰਦੇ ਭਾਈ ਸਾਡੇ ਛੋਟੇ ਭਰਾ ਅਰਜਨ ਦੇਵ ਦੇ ਘਰ ਤਾਂ ਬੜੀ ਐਸਵਰਜ ਵਿਭੂਤੀ ਮਾਇਆ ਧਾਇਆ ਲੀੜਾ ਕੱਪੜਾ ਹੋਇਆ ਬੈਠਾ ਹੈ। ਕੋ ਦਿਨ ਬੀਤ ਗਏ ਗਾਦੀ ਗੋਰਤਾ ਕੀ ਤੋ ਲੀਏ। ਇਸ ਤਰ੍ਹਾਂ ਕਵੀ ਜੀ ਕਹਿੰਦੇ ਅਜੇ ਕੁਝ ਕੁ ਦਿਨ ਬਤੀਤ ਹੋਏ ਸੀ ਗੁਰਿਆਈ ਦਾ ਤਖਤ ਸਤਿਗੁਰਾਂ ਨੂੰ ਮਿਲੇ ਹੋਏ। ਮੇਲਾ ਤਬ ਆਇਓ ਮਹਾ ਮੇਖ ਸੰਕਰਾਂਤ ਕੋ। ਤੇ ਮੇਲਾ ਆਇਆ ਮੇਖ ਦੀ ਸੰਗਰਾਂਦ ਸਾਧ ਸੰਗ ਜੀ ਕਹੀਏ ਵਿਸਾਖੀ। ਗੁਰੂ ਅਰਜਨ ਦੇਵ ਮਹਾਰਾਜ ਨੂੰ ਕੁਝ ਦਿਨ ਹੋਏ ਸੀ ਗੁਰਿਆਈ ਪ੍ਰਾਪਤ ਹੋਈ ਸਤਿਗੁਰਾਂ ਨੂੰ, ਤੇ ਵਿਸਾਖੀ ਦਾ ਮੇਲਾ ਇੱਕ ਵਾਰ ਜਦੋਂ ਆਇਆ ਹੈ। ਮਿਲੀ ਦੂਰ ਦੂਰ ਹੂੰ ਤੇ ਸੰਗਤ ਹਜੂਰ ਗਾਨ। ਤੇ ਦੂਰੋਂ ਨੇੜਿਓਂ ਬੜੀ ਸਤਿਗੁਰਾਂ ਦੇ ਪਾਸ ਸੰਗਤ ਆਣ ਆਣ ਕੇ ਇਕੱਠੀ ਹੋਈ ਅੰਮ੍ਰਿਤਸਰ ਸਾਹਿਬ। ਭਾਵ ਫਿਰ ਇੱਕ ਪਾਸੇ ਸਾਧ ਸੰਗਤ ਜੀ ਕਵੀ ਜੀਆਂ ਅੰਮ੍ਰਿਤਸਰ ਸਰੋਵਰ ਦੀ ਸਾਰੀ ਕਥਾ ਇੱਕੋ ਵਾਰੀ ਕਹਿ ਦਿੱਤੀ। ਤੇ ਇਹ ਤਾਂ ਕਹਿੰਦੇ ਵੀ ਜੀ ਉਹ ਫਿਰ ਵਿੱਚੋਂ ਹੁਣ ਸੁਣਾ ਰਹੇ ਵੀ ਜਿਹੜਾ ਕੁਝ ਰਹਿ ਗਏ ਪ੍ਰਸੰਗ, ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਉਹ ਕਥਾ ਕਵੀ ਜੀ ਸੁਣਾ ਰਹੇ। ਕਹਿੰਦੇ ਇੱਕ ਵਾਰੀ ਸੰਗਤ ਨਾ ਆਈ ਹੋਈ ਸੀ ਗੁਰੂ ਅਰਜਨ ਦੇਵ ਮਹਾਰਾਜ ਨੂੰ, ਥੋੜ੍ਹੇ ਹੀ ਦਿਨ ਅਜੇ ਗੁਰਿਆਈ ਮੇਲੇ ਨੂੰ ਹੋਏ ਸੀ, ਵਿੱਚੋਂ ਇਹ ਸਾਖੀ ਸੁਣਾਉਂਦੇ ਆ। ਤੇ ਥੋੜ੍ਹੇ ਦਿਨ ਹੋਏ ਸੀ ਤੇ ਵਿਸਾਖੀ ਤੇ ਕਾਫੀ ਸੰਗਤ ਇੱਥੇ ਅੰਮ੍ਰਿਤਸਰ ਸਾਹਿਬ ਮਹਾਰਾਜ ਦੇ ਘਰ ਜੁੜੀ ਹੋਈ ਹੈ। ਪੂਰਨ ਪਦਾਰਥ ਦਰਬ ਪੂਰ ਪਾਤ ਕੋ। ਤੇ ਬਹੁਤ ਨਾਨਾ ਤਰ੍ਹਾਂ ਦਾ ਮਾਇਆ ਆ ਰਹੀ ਹੈ। ਸਿੱਖ ਬੜੇ ਜਿਹੜੇ ਵੈ ਉਹ ਭੇਟਾਵਾਂ ਨਾਨਾ ਤਰ੍ਹਾਂ ਦੀਆਂ ਲੈ ਲੈ ਕੇ ਦੂਰੋਂ ਨੇੜਿਓਂ ਬਹੁਤ ਭਾਰੀ ਪਦਾਰਥ ਲੈ ਲੈ ਕੇ ਮਾਇਆ ਲੈ ਲੈ ਕੇ ਇਕੱਠੇ ਹੋ ਰਹੇ ਹੈ। ਬੈਠੇ ਗੁਰੂ ਅਰਜਨ ਹੇਰ ਕਰੈ ਅਰਜਨ। ਹਾਂ ਸੱਚੇ ਪਾਤਸ਼ਾਹ ਜੀ ਸਜੇ ਹੋਏ ਸਿੰਘਾਸਣ ਤੇ ਸੰਗਤਾਂ ਆਉਂਦੀਆਂ ਮਹਾਰਾਜ ਦੇ ਚਰਨਾਂ ਵਿੱਚ ਭੇਂਟ ਰੱਖਦੀਆਂ, ਅਰਦਾਸ ਕਰਦੀਆਂ, ਅਰਦਾਸ ਕਰਵਾਉਂਦੀਆਂ। ਤੇ ਅਰਦਾਸੀਏ ਦੀ ਅਰਦਾਸ ਸੱਚੇ ਪਾਤਸ਼ਾਹ ਸਿੱਖਾਂ ਦੀਆਂ ਬੇਨਤੀਆਂ ਬੜੇ ਗੌਰ ਨਾਲ ਸੁਣਦੇ ਹਨ। ਸਖਾ ਅਰਜਨ ਕੇ ਸਰੂਪ ਸੁਖ ਦਾਤ ਕੋ। ਕਹਿੰਦੇ ਉਹ ਮਾਨੋ ਜਿਵੇਂ ਅਰਜਨ ਦੇ ਸਖੇ ਹੋਣ, ਜਿਵੇਂ ਉਹ ਦੁਆਪੁਰ ਦੇ ਵਿੱਚ ਕ੍ਰਿਸ਼ਨ ਨੇ ਕ੍ਰਿਸ਼ਨ ਰਥਵਾਹੀ ਬਣੇ ਅਰਜੁਨ ਦੇ, ਕ੍ਰਿਸ਼ਨ ਅਰਜੁਨ ਦੇ ਰਥਵਾਹੀ ਸਖੇ ਬਣੇ ਸੀ ਜਿਵੇਂ ਅਰਜੁਨ ਦੇ ਕ੍ਰਿਸ਼ਨ ਵਰਗੇ। ਤੋ ਕਹਿੰਦੇ ਇਸ ਤਰ੍ਹਾਂ ਕ੍ਰਿਸ਼ਨ ਸਰੂਪ ਹੋ ਕਰਕੇ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਿੰਘਾਸਣ ਤੇ ਸੋਭਾ ਪਾ ਰਹੇ, ਜਿਵੇਂ ਦੁਆਪਰ ਸਮੇਂ ਵਿੱਚ ਕ੍ਰਿਸ਼ਨ ਜੀ ਦੀ ਸੋਭਾ ਸੀ ਹਿੰਦੂ ਜਗਤ ਅੰਦਰ। ਭੇਟ ਧਰੈ ਆਏ 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 ਜਾਚੈ ਚਿਤ ਚਾਏ ਚਾਏ। ਤੇ ਸੁਖਾਂ ਦੇ ਦਾਤੇ ਆ ਸੱਚੇ ਪਾਤਸ਼ਾਹ ਜੀ, ਬੜੀਆਂ ਭੇਟਾਵਾਂ ਧਰਦੇ ਆ ਸਿੱਖ। ਕੋਈ ਆ ਰਿਹਾ ਆ ਕੇ ਮੰਗਦੇ ਆ, ਮਹਾਰਾਜ ਤੋਂ ਅਰਦਾਸ ਕਰਾਉਂਦੇ ਆ, ਇੱਛਾ ਪੂਰੀ ਕਰਵਾਉਂਦੇ ਤੇ ਚਲੇ ਜਾਂਦੇ ਆ। ਪਾਏ ਪਾਏ ਬਾਰ ਕੋ ਹਰਖ ਪਰ ਜਾਤ ਕੋ। ਖਾਲੀ ਝੋਲੀਆਂ ਲੈ ਕੇ ਅੰਮ੍ਰਿਤਸਰ ਸਾਹਿਬ ਆਉਂਦੇ ਆ, ਹਜ਼ੂਰ ਦੇ ਅੱਗੇ ਅਰਦਾਸਾਂ ਕਰਦੇ, ਝੋਲੀਆਂ ਭਰ ਭਰ ਕੇ ਅੰਮ੍ਰਿਤਸਰ ਸਾਹਿਬ ਤੋਂ ਸਿੱਖ ਜਾ ਰਹੇ ਆ, ਖੁਸ਼ੀ ਖੁਸ਼ੀ ਘਰਾਂ ਨੂੰ ਮੁੜਦੇ ਚਾਈ ਚਾਈ। ਆਇਓ ਸਿੱਖ ਇੱਕ ਬਾਰ ਜੇਵਰੋ ਕੋ ਲਿਆਏ ਧਰਿਓ। ਕਵੀ ਜੀ ਕਹਿੰਦੇ ਇੱਕ ਵਾਰੀ ਨਾ ਸਿੱਖ ਆਇਆ ਇੱਕ, ਤੇ ਬਹੁਤ ਸੋਹਣਾ ਇੱਕ ਗਹਿਣਾ ਬਣਵਾ ਕੇ ਨਾ ਗਲ ਦਾ ਮਾਈਆਂ ਦੇ ਪਾਉਣ ਵਾਸਤੇ ਸੋਹਣਾ ਗਹਿਣਾ ਬਣਵਾ ਕੇ ਲਿਆਇਆ ਹੈ। ਤੇਵਰ ਮਨੋਹਰ ਚੜਾਇਓ ਹੱਥ ਬੰਦ ਕੇ। ਤੇ ਮਾਈਆਂ ਦੇ ਪਹਿਨਣ ਵਾਲੇ ਬਸਤਰ 3 ਤੇ ਉਹਨੂੰ ਤੇਵਰ ਕਹਿੰਦੇ ਆ। ਤੇਵਰ ਭਾਵ ਮਾਈਆਂ ਦੇ ਪਹਿਨਣ ਦੇ ਸੁੰਦਰ ਬਸਤਰ ਲੈ ਕੇ ਆਇਆ, ਇੱਕ ਸੂਟ ਬਹੁਤ ਸੁੰਦਰ ਹੱਥ ਦਾ ਬਣਾਇਆ ਹੋਇਆ ਤੇ ਬੜਾ ਭਾਰੀ ਮਹਿੰਗਾ ਗਹਿਣਾ ਲਿਆ ਕੇ ਸੂਟ ਸਮੇਤ ਸੱਚੇ ਪਾਤਸ਼ਾਹ ਦੇ ਅੱਗੇ ਰੱਖ ਦਿੱਤਾ। ਬੇਨਤੀ ਸੁਣਾਈ ਦੇਹੋ ਮੰਦਰ ਪਹੁੰਚਾਈ ਇਹੋ। ਤੇ ਬੇਨਤੀ ਸੁਣਾ ਦਿੱਤੀ ਮਹਾਰਾਜ ਆਪ ਜੀ ਕੇ ਮਹਿਲਾਂ ਵਾਸਤੇ ਸੁੰਦਰ ਹੈ ਮਹਾਰਾਜ, ਇਹ ਸੇਵਾ ਆਪ ਜੀ ਕੇ ਚਰਨੀ ਭੇਂਟ ਕਰਦੇ ਆ। ਹੱਥ ਦੇ ਨਾਲ ਮਹਾਰਾਜ ਸੋਨੇ ਦੀਆਂ ਤਾਰਾਂ ਕੱਢੀਆਂ ਹੋਈਆਂ ਇਸ ਸੂਟ ਦੇ ਉੱਪਰ। ਤੇ ਮਹਾਰਾਜ ਇਹ ਆਪ ਜੀ ਕੇ ਮਹਿਲ ਮਾਤਾ ਗੰਗਾ ਜੀ ਵਾਸਤੇ ਆ ਸੱਚੇ ਪਾਤਸ਼ਾਹ। ਇਹ ਬੇਨਤੀ ਹੈ ਸਿੱਖ ਗਰੀਬ ਦੀ, ਮਹਾਰਾਜ ਆਪ ਆਪਣੇ ਮਹਿਲਾਂ ਵਿੱਚ ਭਜਵਾ ਦਿਓ ਜੀ। ਭਾਵਨਾ ਪੂਰੇ ਹੋ ਮੇਰੀ ਦਾਨੀ ਹੋ ਆਨੰਦ ਕੇ। ਇਹ ਮਹਾਰਾਜ ਮੇਰੀ ਭਾਵਨਾ ਹੈ ਵੀ ਮੈਂ ਮਾਤਾ ਜੀ ਨੂੰ ਇਹ ਜਿਹੜੀ ਵੈ ਵਸਤੂ ਭੇਂਟ ਕਰਾਂ, ਜਗਤ ਮਾਤਾ ਮਾਤਾ ਗੰਗਾ ਜੀ ਦੇ ਤਾਈਂ। ਇਹ ਸੱਚੇ ਪਾਤਸ਼ਾਹ ਸਿੱਖ ਦੀ ਭਾਵਨਾ, ਮੇਰੀ ਭਾਵਨਾ ਪੂਰੀ ਕਰੋ। ਆਪ ਮਹਾਰਾਜ ਆਨੰਦ ਦੇ ਦਾਨੀ ਹੋ, ਮੈਨੂੰ ਇਸੇ ਵਿੱਚ ਆਨੰਦ ਹੈ।
ਗੁਰੂ ਗਰੀਬ ਨਵਾਜ ਇਹ ਗੁਰੂ ਕੇ ਮਹਿਲ ਵਾਲੇ ਸਥਾਨ ਤੇ ਇਹ ਭੇਟ ਆਪ ਜੀ ਭੇਜ ਦਿਓ ਜੀ। ਕਹਿਓ ਮਾਨ ਦਾਸ ਕੋ ਪਠਾਇ ਸੋ ਆਵਾਸ ਕੋ। ਤੇ ਮਹਾਰਾਜ ਨੇ ਬੜਾ ਮਾਣ ਕੀਤਾ ਇਸ ਸਿੱਖ ਦਾ। ਆਪਦੇ ਇੱਕ ਸਿੱਖ ਨੂੰ ਮਹਾਰਾਜ ਨੇ ਇਹ ਗਹਿਣਾ ਤੇ ਸੂਟ ਦੇ ਕੇ ਨਾ ਸੋਹਣੇ ਵਸਤਰ ਤੇ ਇਧਰ ਘਰੇ ਭੇਜ ਦਿੱਤਾ ਗੁਰੂ ਕੇ ਮਹਿਲ ਵਾਲੇ ਸਥਾਨ ਤੇ। ਬਿਲੋਕਿਓ ਛਾਬ ਰਾਸ ਕੋ ਜੋ ਮੂਲ ਤਾਨ ਬ੍ਰਿੰਦ ਕੇ। ਤੇ ਜਦੋਂ ਇਹ ਸੋਹਣੀ ਸ਼ੋਭਾ ਹੋ ਰਹੀ ਹੈ, ਸੂਟ ਬਹੁਤ ਸੁੰਦਰ ਬਣਿਆ ਹੋਇਆ, ਬੜਾ ਬੇਸ਼ਕੀਮਤੀ ਗਹਿਣਾ ਜਿਹਦੇ ਤੇ ਬੜਾ ਜ਼ਿਆਦੀ ਮਾਇਆ ਧਨ ਲੱਗਾ ਹੈ, ਭਾਰਾ ਗਹਿਣਾ ਸੋਨੇ ਦਾ ਹੀਰੇ ਜੜੇ ਹੋਏ ਤੇ ਸੋਨੇ ਦੀਆਂ ਤਾਰਾਂ ਦਾ ਬਣਿਆ ਹੋਇਆ ਬਸਤਰ ਹੈ। ਗੰਗਾ ਹਾਰ ਖਾਈ ਅੰਗ ਪਹਿਰੇ ਸੁਹਾਈ ਬਾਹ। ਇਹ ਜਦੋਂ ਪ੍ਰਾਪਤੀ ਹੋਈ ਇਹ ਸਿੱਖ ਨੇ ਭੇਟਾ ਭੇਜ ਦਿੱਤੀ ਤੇ ਗੁਰੂ ਕੇ ਮਹਿਲ ਵਾਲੇ ਸਥਾਨ ਤੇ ਧੰਨ ਮਾਤਾ ਗੰਗਾ ਜੀ ਪਹਿਨ ਕੇ ਬੜੇ ਖੁਸ਼ ਹੁੰਦੇ। ਐਡਾ ਬੇਸ਼ਕੀਮਤੀ ਬਸਤਰ ਤੇ ਗਹਿਣੇ ਵੇਖ ਕੇ ਖੁਸ਼ ਹੋਏ, ਬੜਾ ਪਾ ਕੇ ਵੇਖਿਆ ਤੇ ਸੋਭਾ ਛਾ ਰਹੀ ਹੈ। ਗੁਰਤਾ ਬੜਾਈ ਜਾਣ ਕੰਤ ਹੈ ਬਿਲੰਦ ਕੇ। ਤੇ ਜਾਣਿਆ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਤਾ ਦੀ ਏਡੀ ਵਡਿਆਈ ਆ। ਜਿਹੜੇ ਸਿੱਖ ਇੰਨੀਆਂ ਭੇਟਾਵਾਂ ਲੈ ਲੈ ਕੇ ਆਉਂਦੇ, ਉਂਝ ਕਿੰਨੇ ਆਉਣੀਆਂ ਸੀ। ਇਹ ਤਾਂ ਤਖਤ ਸਾਡੇ ਪਤੀ ਜੀ ਦੇ ਕੋਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਾਲਾ ਵੱਡਾ ਤਖਤ ਹੈ ਸੰਸਾਰ ਦਾ, ਜਿਸ ਤਖਤ ਅੱਗੇ ਸੰਗਤ ਆ ਕੇ ਝੁਕਦੀ ਹੈ ਤੇ ਨਾਨਾ ਤਰ੍ਹਾਂ ਦੀਆਂ ਭੇਟਾਵਾਂ ਲਿਆ ਲਿਆ ਕੇ ਦਿੰਦੀ ਹੈ। ਸਵਈਆ ਸੰਗਤ ਬ੍ਰਿੰਦ ਬਿਦਾ ਕਰ ਦੀਨ। ਇਸ ਤਰ੍ਹਾਂ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਸਤਿਗੁਰਾਂ ਨੇ ਸਾਰੀ ਸੰਗਤ ਜਿਹੜੀ ਹੈ ਇਹ ਵਿਦਾ ਕਰ ਦਿੱਤੀ ਹੈ, ਇੱਥੋਂ ਤੋਰ ਦਿੱਤੀ ਗੁਰੂ ਗਰੀਬ ਨਵਾਜ ਜੀਆਂ। ਉਹ ਸਿੱਖ ਨੂੰ ਵੀ ਸਿਰੋਂ ਪਾਓ ਮਹਾਰਾਜ ਨੇ ਦਿੱਤੇ, ਸਾਰੀਆਂ ਸੰਗਤਾਂ ਨੂੰ ਸਿਰੋਂ ਪਾਓ ਦੇ ਦੇ ਕੇ ਹਜ਼ੂਰ ਨੇ ਤੋਰਿਆ, ਬੜਾ ਪ੍ਰੇਮ ਕੀਤਾ। ਇਹ ਸਿੱਖ ਜਿਹੜਾ ਹੈ ਇਹ ਭੇਟਾ ਲੈ ਕਰਕੇ ਆਇਆ ਸੀ। ਸਾਰੇ ਸਿੱਖ ਸੰਗਤਾਂ ਆਈਆਂ ਪਰ ਇਹਨੇ ਬੜੀ ਮਿਹਨਤ ਕਰਕੇ ਦਸਵੰਧ ਕੱਢ ਕੱਢ ਕੇ ਸੋਹਣਾ ਸੁੰਦਰ ਬਸਤਰ ਸੋਨੇ ਦੇ ਨਾਲ ਕਢਾਈ ਕੀਤੀ ਹੋਈ ਸਾਰੇ ਪਰਿਵਾਰ ਨੇ ਬਹਿ ਕੇ, ਤੋ ਸੋਹਣੀ ਕਢਾਈ ਵਾਲਾ ਚੰਗਾ ਇੱਕ ਮਹਿੰਗਾ ਸੁੰਦਰ ਗਹਿਣਾ ਜਿਹਦੇ ਵਿੱਚ ਹੀਰੇ ਲਾਲ ਜੜੇ ਹੋਏ ਤੇ ਇੱਕ ਇਹ ਸੂਟ ਤੇਵਰ ਇਹ ਮਾਤਾ ਗੰਗਾ ਜੀ ਵਾਸਤੇ ਲੈ ਕੇ ਆਇਆ ਸੀ ਇੱਕ ਸਿੱਖ ਪਰਿਵਾਰ। ਉਹ ਮਾਤਾ ਜੀ ਪਾਸ ਪਹੁੰਚਿਆ, ਇਸੇ ਸੂਟ ਤੋਂ ਸਾਧ ਸੰਗਤ ਦੀ ਫਿਰ ਬੀਬੀ ਕਰਮੋਂ ਸੜ ਵੜ ਕੇ ਕੋਲਾ ਹੋਈ ਸੀ। ਜਦੋਂ ਮੀਂਹ ਦੀ ਰੁੱਤ ਲੰਘਣ ਤੇ, ਕਿਉਂਕਿ ਮਾਤਾ ਗੰਗਾ ਜੀ ਨੂੰ ਤਾਂ ਬਹੁਤਾ ਚਾਅ ਹੈ ਨਹੀਂ ਸੀ, ਇਹ ਸਿੱਖ ਦੀ ਭੇਟਾ ਲਿਆਂਦੀ ਇੱਕ ਵਾਰੀ ਪਹਿਨ ਕੇ ਮਾਤਾ ਦੀਆਂ ਰੱਖ ਦਿੱਤਾ ਸੀ। ਤੇ ਉਹ ਦਾਸੀ ਨੂੰ ਮਾਤਾ ਜੀ ਕਹਿਣ ਕਰਨ ਵੀ ਭਾਈ ਇਹ ਸਿੱਖ ਦੀ ਸ਼ਰਧਾ ਹੈ, ਬੜਾ ਮਹਿੰਗਾ ਬਣਾਇਆ ਹੋਇਆ ਸਿੱਖ ਨੇ, ਬੜੀ ਮਿਹਨਤ ਕੀਤੀ ਹੈ, ਇਹ ਖਰਾਬ ਨਾ ਹੋਵੇ, ਚਾਹੇ ਪਾਈ ਪਹਿਨੀਏ ਚਾਹੇ ਨਾ, ਇਹਨੂੰ ਸਾਂਭ ਸਾਂਭ ਕੇ ਰੱਖਣਾ। ਜਦੋਂ ਆ ਲੰਘਦੀ ਹੈ ਨਾ ਸੌਣ ਭਾਦਰੋਂ ਮੀਂਹਾਂ ਦੀ ਰੁੱਤ ਤੇ ਬਾਹਰ ਫਿਰ ਕੱਪੜੇ ਸੁੱਕਣੇ ਪਾਏ, ਇਹ ਸੋਹਣਾ ਜਿਹੜਾ ਵਾ ਨਾ ਉਹ ਜਰੀਦਾਰ ਤੇ ਸੋਨੇ ਦੀਆਂ ਤਾਰਾਂ ਕੱਢਿਆ ਹੋਇਆ ਹੈ ਜਿਹੜਾ ਸੁੰਦਰ ਪੋਸ਼ਾਕਾ ਸੁੰਦਰ ਇਹ ਲਿਬਾਸ ਮਾਤਾ ਜੀ ਦਾ, ਉਹ ਕਰਮੋਂ ਦੀ ਦਾਸੀ ਨੇ ਵੇਖਿਆ ਸੀ, ਇਹ ਨੌਕਰਾਣੀ ਨੇ ਵੇਖ ਕੇ ਫਿਰ ਦੱਸਿਆ ਜਾ ਕੇ ਵੀ ਤੁਹਾਡੇ ਜਿਹੜੀ ਵਾ ਸ਼ਰੀਕਣ ਤਾਂ ਵੇਖੋ ਕਿੱਡੇ ਮਹਿੰਗੇ ਸੂਟ ਉਹਨਾਂ ਦੇ ਘਰ ਇਹੋ ਜਿਹੇ ਥਾਣ ਲੱਗੇ ਆ ਜਿਹੜੇ ਮਹਾਰਾਜਾਂ ਦੇ ਘਰੇ ਇੰਨੇ ਗਹਿਣੇ ਸੇ ਸੁੰਦਰ ਬਸਤਰ ਨਹੀਂ। ਤੇ ਉਹ ਫਿਰ ਮਾਈ ਕਰਮੋਂ ਚਬਾਰੇ ਤੇ ਚੜ੍ਹ ਕੇ ਵੇਖੇ, ਕਹਿੰਦੇ ਵੇਖ ਕੇ ਐਡਾ ਸੁੰਦਰ ਸੀ ਇਹ ਜਿਹੜਾ ਬਸਤਰ ਭੇਜਿਆ ਸਿੱਖ ਪਰਿਵਾਰ ਨੇ, ਉੱਥੇ ਹਿਰਦਾ ਸੜ ਕੇ ਕੋਲਾ ਹੋ ਗਿਆ, ਪਿਛਾ ਨੂੰ ਭੁਆਂਟਣੀ ਖਾ ਕੇ ਡਿੱਗੀ, ਬੇਹੋਸ਼ ਹੋ ਗਈ, ਦਾਸੀ ਨੇ ਸਾਂਭੀ। ਉਸ ਤੋਂ ਬਾਅਦ ਫਿਰ ਮਨ ਵਿੱਚ ਇੰਨਾ ਈਰਖਾ ਪਈ ਵੀ ਗੁਰਿਆਈ ਸਾਡੇ ਘਰੇ ਹੁੰਦੀ, ਸਾਨੂੰ ਇਹ ਵਸਤੂਆਂ ਮਿਲਦੀਆਂ। ਮੇਰੇ ਪਤੀ ਪ੍ਰਿਥੀ ਚੰਦ ਨੇ ਜਿਹੜਾ ਵੈ ਆਪਣੇ ਪਿਤਾ ਦੀ ਸੇਵਾ ਨਾ ਕੀਤੀ, ਫਿਰ ਮਿਹਣੇ ਮਾਰਨੇ ਸ਼ੁਰੂ ਕੀਤੇ। ਬਾਬਾ ਪ੍ਰਿਥੀ ਚੰਦ ਜੀਆਂ ਫਿਰ ਜਿਵੇਂ ਜਿਵੇਂ ਉਹ ਅੱਗੇ ਕਥਾ ਆਵੇਗੀ ਇਹਨੇ ਕਹਿਣਾ ਕਿ ਸਾਰਾ ਜਿਹੜਾ ਔਂਤਰਿਆਂ ਦੇ ਘਰ ਕੀ ਹੈ, ਸਭ ਕੁਝ ਸਾਡੇ ਘਰ ਹੀ ਆਉਣਾ, ਇਹ ਆਖਿਆ ਸੀ ਬੀਬੀ ਕਰਮੋਂ ਜੀ ਨੇ। ਐਸੀ ਭੱਦੀ ਸ਼ਬਦਾਵਲੀ ਵਰਤਣ ਤੇ ਮਾਤਾ ਗੰਗਾ ਜੀ ਨੂੰ ਪਤਾ ਲੱਗਣਾ, ਫਿਰ ਗੁਰੂ ਜੀ ਪਾਸ ਬੇਨਤੀ ਕਰਨੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਨੂੰ ਵਡਿਆਈਆਂ ਦਿਵਾਉਣੀਆਂ। ਇਹ ਸਾਰੀ ਕਥਾ ਅੱਗੇ ਜਿਵੇਂ ਆਉਂਦੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਜਾਣ ਬਾਹੋ ਬੰਦੀ ਛੋੜ ਦਾਤਿਆਂ ਨੇ ਅਵਤਾਰ ਧਾਰਿਆ, ਉਹ ਸਾਰੀ ਕਥਾ ਜਿਵੇਂ ਜਿਵੇਂ ਅੱਗੇ ਆਏਗੀ ਭਾਈ ਸੁਣੀਏ ਜੀ। ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਗਰੀਬ ਨਵਾਜ ਆਪ ਸਾਰੀ ਸੰਗਤ ਦੀ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕਹਿਓ ਮਾਨ ਦਾਸ ਕੋ ਪਠਾਇਓ ਸੋ ਆਵਾਸ ਕੋ, ਬਿਲੋਕਿਓ ਛਾਬ ਰਾਸ ਕੋ ਜੋ ਮੂਲ ਤਾਨ ਬ੍ਰਿੰਦ ਕੇ। ਗੰਗਾ ਹਰ ਖਾਈ ਅੰਗ ਪਹਿਰੇ ਸੁਹਾਈ ਬਾਹ, ਗੁਰ ਤਾ ਵਡਾਈ ਜਾਣ ਕੰਤ ਹੈ ਬਿਲੰਦ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।